हाँ जी दोस्तों, बहुत बहुत स्वागत है ਤੁਹਾਡੇ ਸਾਰਿਆਂ ਦਾ। ਤੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਆਪਾਂ 10ਵੀਂ ਕਲਾਸ ਵਾਲਿਆਂ ਦੇ ਇੰਗਲਿਸ਼ ਦੇ ਚੈਪਟਰ ਕਰ ਰਹੇ ਸੀਗੇ। ਤੇ ਦੋਸਤੋ ਅੱਜ ਅਸੀਂ ਕਰਾਂਗੇ ਤੁਹਾਡਾ ਸਪਲੀਮੈਂਟਰੀ ਦਾ ਦੂਸਰਾ ਚੈਪਟਰ, ਜਿਸ ਦਾ ਨਾਮ ਹੈਗਾ ਹਾਫ ਅ ਰੂਪੀ ਬਰਥ। ਤੇ ਇਸ ਦੇ ਰਾਈਟਰ ਹੈਗੇ ਆ ਆਰ.ਕੇ. ਨਾਰਾਇਣ। ਤੇ ਦੋਸਤੋ ਹਜੇ ਮੈਂ ਤੁਹਾਨੂੰ ਦੱਸ ਵੀ ਦੇਣਾ ਕਿ ਆਪਣਾ ਕੀ ਸਿਲੇਬਸ ਹੋ ਚੁੱਕਿਆ ਵਾ। ਦੋਸਤੋ ਆਪਣਾ ਮੇਨ ਕੋਰਸ ਫੁੱਲ ਕੰਪਲੀਟ ਆ, ਠੀਕ ਹੈ ਜੀ। ਜਿਹੜੇ ਚੈਪਟਰ ਸੀਗੇ ਤੁਹਾਡੇ ਦਾ ਹੈਪੀ ਪ੍ਰਿੰਸ, ਵੇਅਰ ਇਜ਼ ਸਾਇੰਸ ਟੇਕਿੰਗ ਅਸ, ਸੀਕ੍ਰੇਟ ਆਫ ਹੈਪੀਨੈਸ, ਏ ਗਿਫਟ ਫॉर ਕ੍ਰਿਸਮਸ, ਜਿਹੜੇ ਵੀ ਤੁਹਾਡੇ ਟੋਟਲ ਚੈਪਟਰ ਸੀਗੇ ਮੇਨ ਕੋਰਸ ਦੇ ਪੂਰੇ, ਲਿੰਕ ਇਨ ਡਿਸਕ੍ਰਿਪਸ਼ਨ ਆ, ਤੁਸੀਂ ਚੈੱਕਆਊਟ ਕਰ ਸਕਦੇ ਹੋ। ਬਾਕੀ ਪਲੇਲਿਸਟ ਵੀ ਬਣੀ ਹੋਈ ਆ। ਤੇ ਉਸ ਤੋਂ ਬਾਅਦ ਆਪਾਂ ਪੋਇਟਰੀ ਸਟਾਰਟ ਕੀਤੀ ਸੀ, ਉਹ ਵੀ ਫੁੱਲ ਕੰਪਲੀਟ ਆ। ਕਰੈਕਟਰ ਆਫ ਹੈਪੀ ਮੈਨ, ਠੀਕ ਹੈ ਜੀ। ਤੇ ਆਪਣਾ ਡੈਥ ਦਾ ਲੈਬਲਰ, ਜਿਹੜੇ ਵੀ ਤੁਹਾਡੇ ਸਾਰੀਆਂ ਪੋਇਮਾਂ ਸੀਗੀਆਂ ਉਹ ਵੀ ਕੰਪਲੀਟ ਆ, ਲਿੰਕ ਇਨ ਡਿਸਕ੍ਰਿਪਸ਼ਨ ਆ। ਬਾਕੀ ਪਲੇਲਿਸਟ ਵੀ ਬਣੀ ਹੋਈ ਆ। ਤੇ ਉਸ ਤੋਂ ਬਾਅਦ ਫਿਰ ਆਪਾਂ ਕੀਤਾ ਸੀਗਾ ਸਪਲੀਮੈਂਟਰੀ ਦਾ ਪਹਿਲਾ ਚੈਪਟਰ, ਠੀਕ ਹੈ ਜੀ, ਬੈਟਰ ਨੰਬਰ 29, ਉਹ ਵੀ ਕੰਪਲੀਟ ਆ, ਲਿੰਕ ਇਨ ਡਿਸਕ੍ਰਿਪਸ਼ਨ ਆ, ਤੁਸੀਂ ਚੈੱਕਆਊਟ ਕਰ ਸਕਦੇ ਹੋ। ਬਾਕੀ ਪਲੇਲਿਸਟ ਵੀ ਬਣੀ ਹੋਈ ਆ। ਸਪਲੀਮੈਂਟਰੀ ਦਾ ਇੱਕ ਹੀ ਚੈਪਟਰ ਹੋਇਆ ਤੇ ਅਸੀਂ ਅੱਜ ਤੁਹਾਡਾ ਦੂਸਰਾ ਚੈਪਟਰ ਕਰਾਂਗੇ, ਠੀਕ ਹੈ ਜੀ, ਜਿਸ ਦਾ ਨਾਮ ਹੈਗਾ ਹਾਫ ਅ ਰੂਪੀ ਬਰਥ। ਤੇ ਇਸ ਦੇ ਰਾਈਟਰ ਹੈਗੇ ਆਰ.ਕੇ. ਨਾਰਾਇਣ। ਤੇ ਚਲੋ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਤੇ ਦੋਸਤੋ ਇਸ ਚੈਪਟਰ ਦੇ ਵਿੱਚ ਇੱਕ ਅਮੀਰ ਵਪਾਰੀ ਆ ਜੋ ਕਿ ਚੌਲਾਂ ਦਾ ਵਪਾਰ ਕਰਦਾ ਵਾ ਅਤੇ ਉਸ ਦਾ ਨਾਮ ਸੁਬੀਆ ਵਾ। ਉਹ ਬਹੁਤ ਹੀ ਜ਼ਿਆਦਾ ਚਤੁਰ ਅਤੇ ਚਲਾਕ ਵਾ। ਤੇ ਦੋਸਤੋ ਜਿਹੜਾ ਸੁਬੀਆ ਵਾ ਉਹ ਬਾਜ਼ਾਰ ਦੇ ਗੇਟ ਤੇ ਚੌਲ ਵੇਚਦਾ ਸੀ ਅਤੇ ਉਸ ਦੀ ਦੁਕਾਨ ਦੇ ਵਿੱਚ ਬਾਸਾਂ ਦੀਆਂ ਟੋਕਰੀਆਂ ਦੇ ਵਿੱਚ ਹਰ ਪ੍ਰਕਾਰ ਦੇ ਹਰ ਕਿਸਮ ਦੇ ਚੌਲ ਮਿਲਦੇ ਸਨ, ਜਿਵੇਂ ਕਿ ਦੋਸਤੋ ਕੰਕਰਾਂ ਨਾਲ ਭਰੇ ਹੋਏ ਮੋਟੇ ਚੌਲ ਤੋਂ ਲੈ ਕੇ ਦਿੱਲੀ ਸੰਭਾ ਦੇ ਚੌਲ ਤੱਕ। ਯਾਨੀ ਕਿ ਦਿੱਲੀ ਸੰਭਾ ਇੱਕ ਕਿਸਮ ਆ, ਠੀਕ ਹੈ ਜੀ, ਜਿਸ ਦੇ ਦਾਣੇ ਚਮੇਲੀ ਵਰਗੇ ਸਫੇਦ ਅਤੇ ਸੂਈ ਵਰਗੇ ਪਤਲੇ ਹੁੰਦੇ ਹਨ। ਤੇ ਦੋਸਤੋ ਜਿਹੜਾ ਸੁਬੀਆ ਸੀਗਾ ਉਸ ਨੂੰ ਬੋਰੀਆਂ ਅਤੇ ਚੌਲਾਂ ਦੀ ਜਿਹੜੀ ਸੁਗੰਧ ਸੀਗੀ ਬਹੁਤ ਹੀ ਚੰਗੀ ਲੱਗਦੀ ਹੁੰਦੀ ਸੀਗੀ। ਤੇ ਜਿਹੜਾ ਸੁਬੀਆ ਸੀਗਾ ਉਹ ਚੰਗੇ ਅਤੇ ਬੁਰੇ ਅਤੇ ਸਾਰੇ ਦਿਨਾਂ ਵਿੱਚ ਉਹ ਵੱਧਦਾ ਅਤੇ ਫੁੱਲਦਾ ਰਹਿੰਦਾ। ਤੇ ਦੋਸਤੋ ਅਜਿਹੇ ਵੀ ਦਿਨ ਆਏ ਜਦੋਂ ਸੋਕੇ ਦੇ ਕਰਕੇ ਫਸਲ ਨਾ ਹੋ ਪਾਈ ਅਤੇ ਜਿਹੜੀਆਂ ਚੌਲਾਂ ਦੀਆਂ ਜਿਹੜੀਆਂ ਮਿੱਲਾਂ ਸੀਗੀਆਂ ਉਹ ਖਾਮੋਸ਼ ਰਹੀਆਂ। ਪਰੰਤੂ ਦੋਸਤੋ ਉਹਨਾਂ ਦਿਨ ਵਿੱਚ ਵੀ ਜਿਹੜਾ ਆਪਣਾ ਸੁਬੀਆ ਸੀਗਾ ਉਹ ਕਦੇ ਵੀ ਦੁਕਾਨ ਬੰਦ ਨਹੀਂ ਕਰਦਾ। ਜੇਕਰ ਉਸ ਨੂੰ 20 ਟੋਕਰੀ ਜਿੰਨਾ ਮਾਲ ਨਹੀਂ ਮਿਲਦਾ ਤਾਂ ਉਹ ਆਸ-ਪਾਸ ਦੇ ਜਿਹੜਾ ਸਾਰਾ ਖੇਤਰ ਛਾਣ ਦਿੰਦਾ ਅਤੇ ਘੱਟੋ ਘੱਟ 2 ਟੋਕਰੀਆਂ ਭਰ ਲੈਂਦਾ, ਠੀਕ ਹੈ ਜੀ, ਅਤੇ ਉਹਨਾਂ ਨੂੰ ਵੇਚ ਦਿੰਦਾ। ਅਜਿਹਾ ਸਮਾਂ ਵੀ ਆਇਆ ਜਦੋਂ ਫਸਲ ਇੰਨੀ ਭਰਪੂਰ ਹੋਈ ਤਾਂ ਉਹ ਅਨਾਜ 1/4 ਵੀ ਸਵੀਕਾਰ ਨਾ ਕਰ ਸਕਿਆ। ਯਾਨੀ ਕਿ ਦੋਸਤੋ ਦੇਖੋ ਫਸਲ ਚੰਗੀ ਹੋਈ ਪਰ ਜਿਹੜੇ ਲੋਕ ਨੇ ਉਹਨਾਂ ਨੇ ਖਰੀਦਿਆ ਹੀ ਨਹੀਂ, ਠੀਕ ਹੈ ਜੀ। ਤਾਂ ਦੋਸਤੋ ਉਸ ਹਾਲਾਤਾਂ ਦੇ ਵਿੱਚ ਜਿਹੜਾ ਚੌਲ ਵੇਚਣ ਦਾ ਵਪਾਰ ਇੱਕ ਮੂਰਖਤਾ ਵਾਲਾ ਵਪਾਰ ਸਮਝਿਆ ਜਾਂਦਾ ਸੀਗਾ। ਜੇਕਰ ਦਿਨ ਰਾਤ ਲਾ ਕੇ ਚੌਲ ਵੇਚੇ ਤਾਂ ਤੁਹਾਨੂੰ 50 ਰੁਪਏ ਦਾ ਮੁਨਾਫਾ ਵੀ ਹੋਣ ਦੀ ਕੋਈ ਆਸ ਨਾ ਹੁੰਦੀ। ਅਜਿਹੇ ਸਮੇਂ ਨੂੰ ਉਹ ਲੋਕ ਕਾਰੋਬਾਰ 'ਚ ਮੰਦੀ ਕਹਿੰਦੇ ਸਨ। ਤੇ ਦੋਸਤੋ ਜਿਹੜਾ ਆਪਣਾ ਰਾਈਟਰ ਆ ਉਹ ਦੱਸਦਾ ਕਿ ਜਦੋਂ ਸੁਬੀਆ ਦੇ ਪਿਤਾ ਦਾ ਸ਼ਾਸਨ ਸੀ ਤਾਂ ਉਦੋਂ ਜਿਹੜਾ ਉਸ ਦਾ ਪਿਤਾ ਸੀਗਾ ਸੁਬੀਆ ਨੂੰ ਕਹਿੰਦਾ ਕਿ ਤੂੰ ਹਮੇਸ਼ਾ ਦੁਕਾਨ ਤੇ ਹੀ ਰਹਿਣਾ ਵਾ ਅਤੇ ਉਸ ਨੂੰ ਹਮੇਸ਼ਾ ਦੁਕਾਨ ਤੇ ਹੀ ਬਿਠਾਉਂਦਾ ਸੀਗਾ। ਤੇ ਦੋਸਤੋ ਜਿਹੜਾ ਆਪਣਾ ਸੁਬੀਆ ਸੀਗਾ ਉਸ ਨੂੰ ਉਸ ਦਿਨਾਂ ਦੇ ਵਿੱਚ ਸੁਬੀਆ ਨੂੰ ਚੌਲਾਂ ਅਤੇ ਬੋਰੀਆਂ ਨੂੰ ਮਤਲਬ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀਗਾ। ਉਸ ਨੂੰ ਨਫ਼ਰਤ ਦੀ ਦ੍ਰਿਸ਼ਟੀ ਦੇ ਨਾਲ ਦੇਖਦਾ ਹੁੰਦਾ ਸੀਗਾ। ਉਹ ਹਮੇਸ਼ਾ ਸੋਚਦਾ ਸੀਗਾ ਕਿ ਉਹ ਕਿਤੇ ਘੁੰਮੇ ਅਤੇ ਫਿਰੇ, ਜਿਵੇਂ ਕਿ ਸੜਕਾਂ ਤੇ, ਸਿਨੇਮਾ ਘਰ ਤੇ ਫੁੱਟਬਾਲ ਦਾ ਮੈਚ ਦੇਖੇ, ਕੁਸ਼ਤੀ ਦੇਖੇ, ਠੀਕ ਹੈ ਜੀ, ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਨੂੰ ਦੇਖਣੀਆਂ ਪਸੰਦ ਸੀ। ਪਰੰਤੂ ਦੋਸਤੋ ਜਿਹੜਾ ਉਸ ਦਾ ਪਿਤਾ ਸੀਗਾ ਉਸ ਨੂੰ ਕਿਤੇ ਵੀ ਨਹੀਂ ਜਾਣ ਦਿੰਦਾ, ਜਿਵੇਂ ਕਿ ਮੰਨੋ ਉਸ ਨੂੰ ਹਮੇਸ਼ਾ ਦੁਕਾਨ ਦੀ ਜੰਜੀਰ ਦੇ ਨਾਲ ਬੰਦ ਕੇ ਰੱਖਦਾ। ਤੇ ਦੋਸਤੋ ਸਮਾਂ ਬੀਤਣ ਦੇ ਨਾਲ ਉਸ ਛੋਟੇ ਜਿਹੇ ਵਿਅਕਤੀ ਨੂੰ ਚੌਲ ਅਤੇ ਬਾਜ਼ਾਰ ਦੀ ਸਿਵਾਏ ਕੁਝ ਨਹੀਂ ਦਿਖਾਈ ਦਿੰਦੇ। ਜਦੋਂ ਸੁਬੀਆ ਦੇ ਪਿਤਾ ਜੀ ਦੀ ਮੌਤ ਹੋ ਗਈ ਤਾਂ ਸੁਬੀਆ ਨੇ ਉਸ ਕੰਮ ਨੂੰ ਇੰਨੀ ਚੰਗੀ ਤਰ੍ਹਾਂ ਸੰਭਾਲ ਲਿਆ ਕਿ ਕਿਸੇ ਨੂੰ ਕੋਈ ਫਰਕ ਨਹੀਂ ਦਿਖਿਆ। ਤੇ ਦੋਸਤੋ ਜ਼ਿਆਦਾਤਰ ਲੋਕਾਂ ਨੂੰ ਇਹੀ ਲੱਗਦਾ ਸੀਗਾ ਕਿ ਉਹ ਬੁੱਢਾ ਅਜੇ ਵੀ ਉੱਥੇ ਹੀ ਸੀ ਅਤੇ ਨਗਦੀ ਗਿਣ ਰਿਹਾ ਹੋਵੇ। ਯਾਨੀ ਕਿ ਜਿਹੜਾ ਸੁਬੀਆ ਦਾ ਪਾਪਾ ਹਜੇ ਵੀ ਉੱਥੇ ਹੀ ਹੋਵੇ ਅਤੇ ਪੈਸੇ ਗਿਣ ਰਿਹਾ ਹੋਵੇ। ਵਪਾਰ ਚੱਲਦਾ ਗਿਆ ਅਤੇ ਫੁੱਲਦਾ ਰਿਹਾ, ਕਿਉਂਕਿ ਜਿਹੜਾ ਆਪਣਾ ਸੁਬੀਆ ਸੀਗਾ ਉਸਨੇ ਵਪਾਰ ਨੂੰ ਬਹੁਤ ਹੀ ਜ਼ਿਆਦਾ ਵਧੀਆ ਨਾਲ ਸੰਭਾਲਿਆ, ਕਿਉਂਕਿ ਉਹ ਬਚਪਨ ਤੋਂ ਵਪਾਰ ਦੇ ਵਿੱਚ ਸੀਗਾ ਅਤੇ ਵਪਾਰ ਦੇ ਵਿੱਚ ਦੁਕਾਨ ਦੇ ਵਿੱਚ ਬੈਠਦਾ ਸੀਗਾ, ਇਸ ਲਈ ਬਹੁਤ ਹੀ ਜ਼ਿਆਦਾ ਉਸ ਨੂੰ ਐਕਸਪੀਰੀਅੰਸ ਹੋ ਗਿਆ ਸੀਗਾ। ਤੇ ਦੋਸਤੋ ਇਸੇ ਤਰ੍ਹਾਂ ਸੁਬੀਆ ਦੇ ਕੋਲ 5 ਕੀਮਤੀ ਗਾਵਾਂ ਅਤੇ ਮੱਝਾਂ ਸਨ, ਜਿਸ ਦਾ ਦੁੱਧ, ਦਹੀਂ ਅਤੇ ਮੱਖਣ ਉਸ ਦੀ ਪਤਨੀ ਅਤੇ ਉਸਦੇ ਜਿਹੜੇ 5 ਬੱਚੇ ਸੀਗੇ ਉਹ ਦਿਨ ਰਾਤ ਖਾਂਦੇ ਰਹਿੰਦੇ, ਜਿਸ ਦੇ ਕਾਰਨ ਜਿਹੜੇ ਉਸਦੇ ਬੱਚੇ ਸੀਗੇ ਸਭ ਗੋਲ ਮਟੋਲ ਅਤੇ ਗੁਬਾਰੇ ਦੀ ਤਰ੍ਹਾਂ ਹੋ ਗਏ ਸੀਗੇ। ਤੇ ਦੋਸਤੋ ਜਿਹੜਾ ਸੁਬੀਆ ਸੀਗਾ, ਸੁਬੀਆ ਦੇ ਇੱਕ ਨੇੜੇ ਪਿੰਡ ਦੇ ਵਿੱਚ ਹੀ ਉਸ ਕੋਲ 30 ਏਕੜ ਦੀ ਜ਼ਮੀਨ ਸੀਗੀ ਤੇ ਉਹ ਆਪਣੀ ਸੰਪत्ति ਨੂੰ ਦੇਖਣ ਦੇ ਲਈ ਮਹੀਨੇ ਵਿੱਚ ਇੱਕ ਵਾਰ ਉੱਥੇ ਜਾਇਆ ਕਰਦਾ ਸੀਗਾ ਕਿ ਹਾਂ ਮੇਰੀ ਜ਼ਮੀਨ ਠੀਕ ਠਾਕ ਹੈ ਕਿ ਨਹੀਂ। ਤੇ ਦੋਸਤੋ ਇਸੇ ਤਰ੍ਹਾਂ ਉਹ ਜਿਹੜਾ ਸੁਬੀਆ ਸੀਗਾ ਉਹ ਵਿਆਜ ਦੀ ਬਹੁਤ ਹੀ ਉੱਚੀ ਦਰ ਤੇ ਲੋਕਾਂ ਨੂੰ ਉਧਾਰ ਦਿੰਦਾ ਸੀਗਾ ਅਤੇ ਜੇਕਰ ਉਸਦੇ ਜਿਹੜੇ ਲੋਕ ਸੀਗੇ ਉਹ ਪੈਸੇ ਵਾਪਸ ਨਾ ਕਰ ਪਾਉਂਦੇ ਤਾਂ ਫਿਰ ਦੋਸਤੋ ਕੀ ਹੁੰਦਾ ਸੀਗਾ, ਉਹ ਉਹਨਾਂ ਦੀਆਂ ਘਰਾਂ ਵਿੱਚ ਆਪਣਾ ਕਬਜ਼ਾ ਜਮਾ ਲੈਂਦਾ। ਉਹ ਬਹੁਤ ਹੀ ਅਮੀਰ ਹੋ ਚੁੱਕਿਆ ਸੀਗਾ ਸੁਬੀਆ। ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਦਾ ਸੀਗਾ ਅਤੇ ਉਹਨਾਂ ਨੂੰ ਜਰੀ ਦੀਆਂ ਟੋਪੀਆਂ ਅਤੇ ਮਖਮਲ ਦੇ ਕੋਟ ਖਰੀਦ ਕੇ ਦਿੰਦਾ ਸੀਗਾ। घर विच पढ़ाउण लई उसने एक अध्यापक भी बुला लिया, ठीक है जी। और उसनूं कहंदा कि एक दीवे की रोशनी दे विच बैठ के
ਪਾਠਾਂ ਨੂੰ ਆਪਣੀ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਠੀਕ ਹੈ ਜੀ, ਤਾਂ ਕਿ ਜਿਹੜੇ ਉਸਦੇ ਬੱਚੇ ਨੇ ਉਹਨਾਂ ਨੂੰ ਵਧੀਆ ਤੋਂ ਸੁਣਾਈ ਦੇਵੇ ਅਤੇ ਵਧੀਆ ਤੋਂ ਪੜ੍ਹਾਈ ਕਰ ਸਕਣ। ਤੇ ਦੋਸਤੋ ਉਸਨੇ ਆਪਣੀ ਪਤਨੀ ਨੂੰ ਗਹਿਣਿਆਂ ਦੇ ਨਾਲ ਲੱਦ ਦਿੱਤਾ ਅਤੇ ਉਸ ਨੂੰ ਬਨਾਰਸੀ ਰੇਸ਼ਮ ਦੀ ਭੜਕੀਲੀਆਂ ਸਾੜੀਆਂ ਖਰੀਦ ਕੇ ਵੀ ਦਿੱਤੀਆਂ। ਤੇ ਉਸਨੇ ਦੋਸਤੋ ਸੂਬੀਆ ਨੇ ਆਪਣੇ ਮਕਾਨ ਵਿੱਚ 2 ਹੋਰ ਮੰਜ਼ਿਲ ਵੀ ਬਣਾ ਲਈ ਅਤੇ ਕਈ ਹਾਲ ਕਮਰੇ ਵੀ ਬਣਾ ਲਏ, ਠੀਕ ਹੈ ਜੀ। ਤੇ ਉਸਨੇ ਸਾਰੀਆਂ ਦੀਵਾਰਾਂ ਉੱਤੇ ਗਹਿਰੇ ਨੀਲੇ ਰੰਗ ਦਾ ਪੇਂਟ ਕਰਵਾ ਲਿਆ। ਤੇ ਦੋਸਤੋ ਉਸਨੇ ਉਸ ਦੀਵਾਰਾਂ ਉੱਤੇ ਇੱਕ ਸੁਨਹਿਰੇ ਰੰਗ ਦੇ ਫਰੇਮ ਲਗਵਾਏ ਤੇ ਜਿਹੜੇ ਦੇਵਤਿਆਂ ਦੀਆਂ ਜਿਹੜੀਆਂ ਫੋਟੋਆਂ ਹੁੰਦੀਆਂ ਨੇ ਉਹ ਵੀ ਲਗਵਾਏ। ਸਾਰਾ ਦਿਨ ਦੋਸਤੋ ਜਿਹੜਾ ਆਪਣਾ ਸੂਬੀਆ ਸੀਗਾ ਉਹ ਲੋਹੇ ਦੀ ਅਲਮਾਰੀ ਦੇ ਕੋਲ ਬੈਠਾ ਰਹਿੰਦਾ ਅਤੇ ਉਸ ਵਿੱਚ ਜਿਹੜੇ ਪੈਸੇ ਨੇ ਉਸ ਨੂੰ ਧੱਕਦਾ ਰਹਿੰਦਾ। ਤੇ ਦੋਸਤੋ ਨਾਲ ਹੀ ਉਹ ਆਪਣੇ ਚੇਲਿਆਂ ਚਪਾਟਿਆਂ ਨੂੰ ਬੋਰੀਆਂ ਵਿੱਚੋਂ ਚਾਵਲ ਨਾਪਦੇ ਹੋਏ ਗੌਰ ਨਾਲ ਦੇਖਦਾ ਰਹਿੰਦਾ। ਤੇ ਦੋਸਤੋ ਜਿਹੜਾ ਆਪਣਾ ਸੂਬੀਆ ਸੀਗਾ ਉਹ ਇੱਕ ਬਹੁਤ ਹੀ ਵਧੀਆ ਜੀਵਨ ਬਿਤਾ ਰਿਹਾ ਸੀਗਾ। ਤੇ ਦੋਸਤੋ ਜਿਹੜਾ ਆਪਣਾ ਸੂਬੀਆ ਸੀਗਾ ਉਹ ਸੋਚ ਰਿਹਾ ਸੀਗਾ ਕਿ ਉਸ ਦਾ ਜਿਹੜਾ ਵਪਾਰ ਆ ਉਸ ਨੂੰ ਅੱਗੇ ਵਧਾਉਣ ਲਈ ਉਹ ਆਪਣੇ ਜਿਹੜੇ ਇੱਕ ਜਾਂ ਦੂਸਰੇ ਬੇਟੇ ਨੂੰ ਮਤਲਬ ਉਸ ਕੰਮ ਦੇ ਬਾਰੇ ਦੱਸੇ ਤਾਂ ਕਿ ਉਸ ਦਾ ਜਿਹੜਾ ਵਪਾਰ ਆ ਉਹ ਅੱਗੇ ਵੱਧਦਾ ਰਹੇ। ਤੇ ਦੋਸਤੋ ਇਹ ਸਭ ਕੁਝ ਸ਼ਾਇਦ ਚੱਲਦਾ ਹੀ ਰਹਿੰਦਾ ਜੇਕਰ ਵਰਲਡ ਵਾਰ ਨਾ ਸ਼ੁਰੂ ਹੋਇਆ ਹੁੰਦਾ। ਸ਼ੁਰੂ ਵਿੱਚ ਤਾਂ ਦੋਸਤੋ ਇਸ ਤਰ੍ਹਾਂ ਦਾ ਲੱਗਿਆ ਕਿ ਹੁਣ ਦੁਨੀਆ ਦਾ ਅੰਤ ਹੋ ਜਾਵੇਗਾ, ਪਰੰਤੂ ਦੋਸਤੋ ਯੁੱਧ ਤੋਂ ਬਾਅਦ ਇੰਨਾ ਵੀ ਬੁਰਾ ਸਿੱਧ ਨਹੀਂ ਹੋਇਆ, ਠੀਕ ਹੈ ਜੀ। ਤੇ ਦੋਸਤੋ ਉਸਦੇ ਜਿਹੜੇ ਮੁਨਾਫੇ ਸੀਗੇ ਉਹ ਇਸ ਤਰ੍ਹਾਂ ਵੱਧਦੇ ਚਲੇ ਗਏ ਜਿਵੇਂ ਕਿ ਪਹਿਲਾਂ ਕਦੇ ਵੀ ਨਹੀਂ ਵਧੇ, ਠੀਕ ਹੈ ਜੀ। ਤੇ ਉਹ ਕਹਿੰਦਾ ਕਿ ਜਿਹੜੇ ਆਪਣੇ ਸੈਗੋਨ ਅਤੇ ਬਰਮਾ ਦੇ ਚਾਵਲ ਆਉਣੇ ਬੰਦ ਹੋ ਗਏ, ਯਾਨੀ ਕਿ ਕੋਈ ਖੇਤਰ ਤੋਂ ਜਿਹੜੇ ਚਾਵਲ ਆਉਂਦੇ ਸੀਗੇ ਸੈਗੋਨ ਅਤੇ ਬਰਮਾ ਤੋਂ, ਉੱਥੋਂ ਹੁਣ ਚਾਵਲ ਆਉਣਾ ਬੰਦ ਹੋ ਗਏ ਨੇ। ਤੇ ਦੋਸਤੋ ਹੁਣ ਜਿਹੜਾ ਆਪਣਾ ਜਿਹੜਾ ਸੂਬੀਆ ਸੀਗਾ ਉਸਦੇ ਕੋਲ ਜਿਹੜੇ ਵੀ ਚਾਵਲ ਹੁਣ ਪਏ ਸੀਗੇ, ਸਟਾਕ ਸੀਗਾ ਚਾਵਲਾਂ ਦਾ, ਤਾਂ ਦੋਸਤੋ ਹੁਣ ਉਸਦਾ ਰੇਟ ਸੋਨੇ ਦੇ ਭਾਅ ਦੇ ਬਰਾਬਰ ਹੋ ਚੁੱਕਿਆ ਸੀਗਾ। ਤੇ ਦੋਸਤੋ ਇਸ ਤਰ੍ਹਾਂ ਫਿਰ ਜਿਹੜਾ ਉਸਦੀ ਦੁਕਾਨ ਉੱਤੇ ਜਿਹੜੇ ਲੋਕਾਂ ਦਾ ਹਰ ਸਮੇਂ ਝੁੰਡ ਲੱਗਿਆ ਰਹਿੰਦਾ ਚਾਵਲ ਖਰੀਦਣ ਦੇ ਨਾਲ। ਤੇ ਦੋਸਤੋ ਉਸਨੇ ਨਾਲ ਕੀ ਹੋਇਆ ਕਿ ਉਸਦੇ ਨਾਲ ਲੱਗਦਾ ਇੱਕ ਦੁਕਾਨ ਦੇ ਨਾਲ ਲੱਗਦਾ ਇੱਕ ਵੱਡਾ ਜਿਹਾ ਮਕਾਨ ਸੀਗਾ, ਉਸਨੇ ਉਹ ਖਰੀਦ ਲਿਆ ਤੇ ਉਹ ਮਕਾਨ ਨੂੰ ਗੋਦਾਮ ਦੇ ਰੂਪ ਦੇ ਵਿੱਚ ਯੂਜ਼ ਕਰਨ ਲੱਗ ਗਿਆ। ਤੇ ਦੋਸਤੋ ਫਿਰ ਉਸਨੇ ਉਸਦੇ ਨਾਲ ਲੱਗਦੇ ਹੋਏ ਇੱਕ ਹੋਰ ਅੱਗੇ ਵਾਲਾ ਜਗ੍ਹਾ ਖਰੀਦ ਲਿਆ, ਠੀਕ ਹੈ ਜੀ। ਤੇ ਉਸ ਤੋਂ ਅੱਗੇ ਵਾਲਾ ਫਿਰ ਇੱਕ ਹੋਰ ਜਗ੍ਹਾ ਖਰੀਦ ਲਿਆ। ਤੇ ਦੋਸਤੋ ਇਸ ਤਰ੍ਹਾਂ ਉਸਨੇ 1 ਦਰਜਨ ਹੋਰ ਪਿੰਡ ਖਰੀਦ ਲਏ। ਤੇ ਦੋਸਤੋ ਕੁੱਲ ਮਿਲਾकर ਦੋਸਤੋ ਇਹ ਲੱਗਦਾ ਸੀਗਾ ਕਿ ਇੱਕ ਜਿਹੜਾ ਇਹ ਵਰਲਡ ਵਾਰ ਹੋਇਆ ਉਹ ਇੱਕ ਬਹੁਤ ਹੀ ਲਾਭਕਾਰੀ ਸ਼ਕਤੀ ਸੀ, ਯਾਨੀ ਕਿ ਦੋਸਤੋ ਉਸ ਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਹੋਇਆ। ਪਰ ਉਦੋਂ ਤੱਕ ਹੀ ਉਸ ਨੂੰ ਜ਼ਿਆਦਾ ਪ੍ਰੋਫਿਟ ਹੋਇਆ ਜਦੋਂ ਤੱਕ ਪ੍ਰਾਈਸ ਐਂਡ ਫੂਡ ਕੰਟਰੋਲ ਕਾਨੂੰਨ ਨਹੀਂ ਬਣਿਆ ਸੀਗਾ। ਪਰ ਜਦੋਂ ਇਹ ਕਾਨੂੰਨ ਬਣ ਗਿਆ ਤਾਂ ਉਸ ਤੋਂ ਬਾਅਦ ਦੋਸਤੋ ਹਰ ਚੀਜ਼ਾਂ ਦਾ ਜਿਹੜਾ ਰੇਟ ਆ ਉਹ ਫਿਕਸ ਹੋ ਗਿਆ ਤੇ ਕੋਈ ਵੀ ਵਿਅਕਤੀ ਆਪਣੇ ਭਾਅ ਦੇ ਅਨੁਸਾਰ ਕੋਈ ਵੀ ਚੀਜ਼ ਨਹੀਂ ਵੇਚ ਸਕਦਾ ਸੀਗਾ। ਇਸ ਲਈ ਦੋਸਤੋ ਜਿਹੜਾ ਆਪਣਾ ਸੂਬੀਆ ਸੀਗਾ ਉਹ ਬਹੁਤ ਹੀ ਜ਼ਿਆਦਾ ਚਿੰਤਿਤ ਹੋ ਗਿਆ ਕਿਉਂਕਿ ਹੁਣ ਉਹ ਆਪਣੇ ਰੇਟ ਦੇ ਅਕੋਰਡਿੰਗ ਸਮਾਨ ਨਹੀਂ ਵੇਚ ਸਕਦਾ, ਚੌਲ ਨਹੀਂ ਵੇਚ ਸਕਦਾ। ਜੋ ਗਵਰਨਮੈਂਟ ਨੇ ਡਿਸਾਈਡ ਕੀਤਾ ਰੇਟ ਉਹੀ ਰੇਟ ਤੇ ਆਪਣਾ ਚਾਵਲ ਵੇਚ ਸਕਦਾ ਵਾ। ਤੇ ਦੋਸਤੋ ਫਿਰ ਇਹ ਜਿਹੜਾ ਆਪਣਾ ਸੂਬੀਆ ਵਾ ਉਹ ਕਹਿੰਦਾ ਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਕਿਹੜਾ ਸਮਾਨ ਵੇਚੇ ਤੇ ਕਿਹੜੇ ਰੇਟ ਤੇ ਵੇਚੇ, ਇਹ ਕੋਈ ਵੀ ਡਿਸਾਈਡ ਨਹੀਂ ਕਰ ਸਕਦਾ। ਪਰ ਦੋਸਤੋ ਹੁਣ ਇਹ ਗਵਰਨਮੈਂਟ ਨੇ ਫੈਸਲਾ ਕਰ ਦਿੱਤਾ ਸੀ ਤੇ ਉਹਨਾਂ ਨੇ ਕਾਨੂੰਨ ਬਣਾ ਦਿੱਤਾ ਸੀਗਾ ਤਾਂ ਇਹ ਮੰਨਣਾ ਹੀ ਪਊਗਾ। ਤੇ ਦੋਸਤੋ ਇਸ ਤਰ੍ਹਾਂ ਫਿਰ ਇੱਕ ਵਾਰ ਕੀ ਹੋਇਆ ਕਿ ਜਿਹੜਾ ਇੱਕ ਸੂਬੀਆ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ ਕਿਉਂਕਿ ਉਸਨੇ ਕਿਸੇ ਤੋਂ ਕਹਿੰਦੇ ਹੋਏ ਸੁਣਿਆ ਕਿ ਖਾਦ ਵਿਭਾਗ ਇੱਕ ਝਾਂਸਾ ਹੀ ਹੈ, ਸਰਕਾਰ ਸਾਰੀਆਂ ਚੀਜ਼ਾਂ ਉੱਤੇ ਬੇਤਰਤੀਬੀ ਪੈਦਾ ਕਰ ਰਹੀ ਹੈ। ਤੇ ਦੋਸਤੋ ਜਲਦੀ ਉਸ ਨੂੰ ਪਤਾ ਲੱਗਿਆ ਕਿ ਇੱਕ ਨਵੇਂ ਤਰੀਕੇ ਦੇ ਨਾਲ ਮੈਂ ਬਚ ਸਕਦਾ ਹਾਂ। ਤਾਂ ਉਸਨੇ ਦੋਸਤੋ ਕੀ ਕੀਤਾ, ਅਧਿਕਾਰੀਆਂ ਦੇ ਸਾਹਮਣੇ ਗਿੜਗਿੜਾ ਕੇ ਅਤੇ ਕਈ ਲੋਕਾਂ ਦੇ ਨਾਲ ਮਿਲ ਕੇ ਕਈ ਤਰ੍ਹਾਂ ਦੇ ਫਾਰਮ ਭਰ ਲਏ ਅਤੇ ਉਸਨੇ ਆਪਣੇ ਵਪਾਰ ਨੂੰ ਉਚਿਤ ਮੁੱਲ ਦੇ ਅਨਾਜ ਡਿਪੂ ਦੇ ਰੂਪ ਵਿੱਚ ਰੱਖਣ ਦੀ ਆਗਿਆ ਮਿਲ ਗਈ। ਯਾਨੀ ਕਿ ਦੋਸਤੋ ਹੁਣ ਜਿਹੜਾ ਸਥਿਰ ਰੇਟ ਦੇ ਵਿੱਚ ਤੇ ਕਈ ਤਰ੍ਹਾਂ ਦੇ ਫਾਰਮ ਭਰੇ ਉਹਨੇ ਤੇ ਹੁਣ ਉਹ ਆਪਣਾ ਡਿਪੂ ਫਿਰ ਖੜਾ ਕਰ ਸਕਿਆ ਵਾ, ਠੀਕ ਹੈ ਜੀ, ਲੋਕਾਂ ਦੇ ਸਾਹਮਣੇ ਅਤੇ ਸਰਕਾਰਾਂ ਦੇ ਸਾਰੇ ਕਾਗਜ਼ ਕਾਰਵਾਈ ਹੋਣ ਤੋਂ ਬਾਅਦ। ਤੇ ਦੋਸਤੋ ਇੱਕ ਦਿਨ ਉਹ ਨਾਖੁਸ਼ ਹੋ ਉੱਠਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਜਿਹੜੇ ਮੇਰੇ ਹੁਣ ਚਾਵਲ ਨੇ ਉਹਨਾਂ ਨੂੰ ਹੁਣ ਤਿਆਗ ਦੇਣਾ ਹੋਵੇਗਾ, ਯਾਨੀ ਕਿ ਸਰਕਾਰ ਨੂੰ ਵੀ ਥੋੜਾ ਮੋਟਾ ਦੇਣਾ ਪਊਗਾ ਅਨਾਜ ਵਿਭਾਗ ਦੇ ਵਿੱਚ ਕਿਉਂਕਿ ਦੋਸਤੋ ਜਿਹੜੇ ਇਹ ਚਾਵਲ ਨੇ ਉਸਦੇ ਖੁਦ ਦੇ ਮਜ਼ਦੂਰ ਯਾਨੀ ਕਿ ਸੂਬੀਆ ਦੇ ਮਜ਼ਦੂਰ ਅਤੇ ਕਿਸਾਨਾਂ ਨੇ ਹੀ ਉਸਦੇ ਹੀ ਖੇਤ ਵਿੱਚ ਉਗਾਏ ਨੇ। ਤੇ ਹੁਣ ਜਿਹੜਾ ਸੂਬੀਆ ਕਹਿੰਦਾ ਵਾ ਕਿ ਹੁਣ ਮੇਰੇ ਚਾਵਲ ਮੈਨੂੰ ਹੀ ਖਰੀਦਣੇ ਪੈਣਗੇ ਤੇ ਹੁਣ ਮੇਰੇ ਚਾਵਲ ਜੋ ਕਿ ਹੈਗੇ ਨੇ ਮੇਰੇ ਕੋਲ ਤੇ ਹੁਣ ਉਹ ਜਿਹੜਾ ਰੇਟ ਆ ਉਹ ਗਵਰਨਮੈਂਟ ਡਿਸਾਈਡ ਕਰੂਗੀ। ਇਸ ਤਰ੍ਹਾਂ ਦੋਸਤੋ ਕਹਿ ਰਿਹਾ ਵਾ ਆਪਣਾ ਸੂਬੀਆ ਤੇ ਇਹ ਗੱਲ ਤੋਂ ਬਹੁਤ ਹੀ ਜ਼ਿਆਦਾ ਨਾਖੁਸ਼ ਆ ਆਪਣਾ ਜਿਹੜਾ ਸੂਬੀਆ। ਤੇ ਦੋਸਤੋ ਇਸ ਤਰ੍ਹਾਂ ਫਿਰ ਜਿਹੜਾ ਸੂਬੀਆ ਸੀਗਾ ਉਸ ਨੂੰ ਇਹ ਸਭ ਕੁਝ ਸਵੀਕਾਰ ਕਰਨਾ ਹੀ ਪਿਆ। ਤੇ ਦੋਸਤੋ ਇਸ ਤਰ੍ਹਾਂ ਫਿਰ ਜਿਹੜਾ ਆਪਣਾ ਸੂਬੀਆ ਸੀਗਾ ਉਸ ਨੂੰ ਨੀਂਦ ਬਹੁਤ ਘੱਟ ਆਉਂਦੀ ਤੇ ਉਸ ਨੂੰ ਭੁੱਖ ਵੀ ਨਹੀਂ ਲੱਗਦੀ। ਤੇ ਦੋਸਤੋ ਹਨੇਰੀਆਂ ਰਾਤਾਂ ਵਿੱਚ ਪੂਰਾ ਰਾਤ ਉਹ ਜਾਗਦਾ ਰਹਿੰਦਾ ਅਤੇ ਆਪਣੀ ਸਮੱਸਿਆ ਦੇ ਵਿਸ਼ੇ ਵਿੱਚ ਸੋਚਦਾ ਰਹਿੰਦਾ। ਅੰਤ ਵਿੱਚ ਦੋਸਤੋ ਉਸ ਨੂੰ ਇੱਕ ਸੋਲੂਸ਼ਨ ਮਿਲ ਗਿਆ। ਉਹ ਉੱਚੀ ਆਵਾਜ਼ ਵਿੱਚ ਖੁਦ ਨਾਲ ਬੋਲਿਆ ਕਿ ਅਜੇ ਵੀ ਖੇਤਾਂ ਵਿੱਚ ਮੇਰੇ ਕੋਲ ਚੌਲ ਹਨ ਅਤੇ ਅਜੇ ਵੀ ਮੇਰੇ ਕੋਲ ਗੋਦਾਮ ਵਿੱਚ ਬੋਰੇ ਪਏ ਹਨ
ਆਖਿਰ ਸਰਕਾਰ ਕੀ ਚਾਹੁੰਦੀ ਹੈ? ਕਾਗਜ਼ ਵਿੱਚ ਚੀਜ਼ਾਂ ਠੀਕ ਢੰਗ ਨਾਲ ਹੋਣ, ਮੈਂ ਇਹ ਚੀਜ਼ ਦਿਖਾ ਦੂੰਗਾ, ਯਾਨੀ ਕਿ ਕਾਗਜ਼ ਕਾਰਵਾਈ ਸਾਰੀ ਕੁਝ ਮੇਰੀ ਠੀਕ ਰਹੂਗੀ। ਠੀਕ ਹੈ। ਤੇ ਉਸਨੇ ਇਹ ਵੀ ਕਿਹਾ ਕਿ ਉਸਨੇ ਉਹ ਸਾਰੇ ਚਾਵਲ ਰੱਖ ਲਏ, ਯਾਨੀ ਕਿ ਜਿਹੜਾ ਉਸਨੇ ਆਪਣੇ ਕੋਲ ਉਹ ਸਾਰੇ ਚਾਵਲ ਰੱਖ ਲਏ ਜੋ ਉਹ ਵੇਚਣਾ ਚਾਹੁੰਦਾ ਸੀਗਾ, ਅਤੇ ਆਪਣੇ ਨਿੱਜੀ ਯੂਜ਼ ਲਈ ਵੀ ਉਸਨੇ ਚਾਵਲ ਰੱਖ ਲਏ। ਪਰ ਦੋਸਤੋ ਜਿਹੜੇ ਇਹ ਚਾਵਲ ਸੀਗੇ ਨਿੱਜੀ ਯੂਜ਼ ਲਈ ਅਤੇ ਵੇਚਣ ਦੇ ਲਈ, ਤਾਂ ਉਸਨੇ ਇਹ ਛੁਪਾ ਕੇ ਰੱਖੇ। ਠੀਕ ਹੈ ਜੀ, ਕਾਗਜ਼ ਵਿੱਚ ਨਹੀਂ ਦਿਖਾਏ। ਉਸ ਨੂੰ ਉਹਨਾਂ ਲੋਕਾਂ ਨੂੰ ਬਹੁਤ ਸਾਰਾ ਪੈਸਾ ਦੇਣਾ ਪਿਆ ਜੋ ਉਸ ਦੇ ਖਾਤਿਆਂ ਅਤੇ ਚਾਵਲ ਦੇ ਸਟਾਕ ਦਾ ਨਿਰੀਖਣ ਕਰਨ ਲਈ ਆਉਂਦੇ ਸਨ। ਤੇ ਦੋਸਤੋ ਜਿਹੜਾ ਸੂਬੀਆ ਵਾ ਉਹ ਕਹਿੰਦਾ ਕਿ ਅਗਰ ਮੈਨੂੰ ਕਿਸੇ ਅਧਿਕਾਰੀ ਨੂੰ 10 ਰੁਪਏ ਦਾ ਇੱਕ ਨੋਟ ਦੇਣਾ ਪੈ ਜਾਂਦਾ ਤਾਂ ਇਸ ਦਾ ਅਰਥ ਇਹ ਹੁੰਦਾ ਕਿ ਮੈਂ ਉਹਨਾਂ ਦੀਆਂ ਨਜ਼ਰਾਂ ਤੋਂ 1000 ਦਾ ਅਨਾਜ ਛੁਪਾ ਲਿਆ ਹੈ। ਤੇ ਦੋਸਤੋ ਇਸੇ ਤਰ੍ਹਾਂ ਫਿਰ ਜਿਹੜਾ ਆਪਣਾ ਸੂਬੀਆ ਵਾ ਉਸ ਨੂੰ ਬਹੁਤ ਹੀ ਕੁਝ ਸਮਝ ਆ ਚੁੱਕਿਆ ਸੀਗਾ ਤੇ ਉਹ ਸਾਰਾ ਕੁਝ ਜਾਣ ਗਿਆ ਸੀਗਾ ਇਸ ਬਾਰੇ। ਤੇ ਦੋਸਤੋ ਇਸ ਤਰ੍ਹਾਂ ਫਿਰ ਉਹ ਕਈ ਆਨੇ ਦਾਨ ਕਰ ਦਿੰਦਾ ਅਤੇ ਈਸ਼ਵਰ ਜਾ ਕਰਦਾ, ਈਸ਼ਵਰ ਵਿੱਚ ਰੁਚੀ ਦਿਖਾਉਣ ਲੱਗ ਗਿਆ। ਠੀਕ ਹੈ ਜੀ, ਤੇ ਉਹ ਕਈ ਵਾਰੀ ਮੰਦਿਰ ਵਿੱਚ ਜਾਂਦਾ ਅਤੇ ਹਰ ਵਾਰ ਜਿਹੜਾ ਸ਼ੁੱਕਰਵਾਰ ਨੂੰ ਉੱਥੇ ਮੰਦਿਰ ਵਿੱਚ ਜਾ ਕੇ ਨਾਰੀਅਲ ਤੋੜਦਾ। ਹੌਲੀ ਹੌਲੀ ਦੋਸਤੋ ਉਸ ਨੂੰ ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਹੋਣ ਲੱਗਿਆ ਤੇ ਉਹ ਆਪਣੀ ਸਥਿਤੀ ਦਾ ਮਾਲਿਕ ਬਣ ਗਿਆ। ਤੇ ਦੋਸਤੋ ਜਿਹੜਾ ਸੂਬੀਆ ਵਾ ਉਹ ਆਪਣੇ ਡਿਪੂ ਦੇ ਵਿੱਚ ਆਪਣੇ ਨਿਪੁੰਨ ਹੱਥਾਂ ਦੇ ਨਾਲ ਚਾਵਲ ਨੂੰ ਇਸ ਤਰ੍ਹਾਂ ਤੋਲਦਾ ਸੀਗਾ ਕਿ ਦਿਨ ਦੇ ਅੰਤ ਵਿੱਚ ਚਾਵਲਾਂ ਦੀ ਬਹੁਤ ਸਾਰੀ ਮਾਤਰਾ ਇਕੱਠੀ ਹੋ ਜਾਂਦੀ ਜੋ ਕਿ ਕਿਸੇ ਦੀ ਵੀ ਨਹੀਂ ਹੁੰਦੀ। ਯਾਨੀ ਕਿ ਦੋਸਤੋ ਦੇਖੋ, ਜਦੋਂ ਆਪਣਾ ਸੂਬੀਆ ਕਿਸੇ ਨੂੰ ਚਾਵਲ ਤੋਲ ਕੇ ਦਿੰਦਾ, ਅਗਰ ਕਿਸੇ ਨੂੰ 1 ਕਿਲੋ ਦੇਣਾ ਵਾ ਤਾਂ ਉਸ ਨੂੰ ਸਿਰਫ 800 ਗ੍ਰਾਮ ਦਿੰਦਾ ਤੇ 200 ਗ੍ਰਾਮ ਆਪਣੇ ਕੋਲ ਹੀ ਰੱਖ ਲੈਂਦਾ, ਕੁੰਡੀ ਲਾ ਲੈਂਦਾ। ਠੀਕ ਹੈ ਜੀ, ਤੇ ਐਵੇਂ ਹੀ ਸਾਰਾ ਦਿਨ ਕਰਦਾ ਰਹਿੰਦਾ ਤੇ ਇਸ ਲਈ ਉਸ ਨੂੰ ਸ਼ਾਮ ਦੇ ਵਿੱਚ ਉਸਦੇ ਕੋਲ ਬਲੈਕ ਮਨੀ ਦਾ ਜਿਹੜਾ ਚਾਵਲ ਹੁੰਦਾ ਉਹ ਕਾਫੀ ਬਚ ਜਾਂਦਾ, ਜੋ ਕਿ ਅਦਰ ਹੋਰ ਦੁਕਾਨਾਂ ਤੇ ਨਹੀਂ ਬਚਦਾ, ਕਿਉਂਕਿ ਉਹ ਤਾਂ ਆਪਣਾ ਵਧੀਆ ਨਾਲ ਕੰਮ ਕਰ ਰਿਹਾ। ਪਰ ਜਿਹੜਾ ਸੂਬੀਆ ਵਾ ਉਹ ਬਹੁਤ ਹੀ ਜ਼ਿਆਦਾ ਚਲਾਕ ਅਤੇ ਚਤੁਰ ਆ, ਇਸ ਲਈ ਉਹ ਲੋਕਾਂ ਦੀ ਕੁੰਡੀ ਲਾਉਂਦਾ ਵਾ। ਜਿਹਨੂੰ 1 ਕਿਲੋ ਚਾਵਲ ਦੇਣਾ ਵਾ ਉਹ 800 ਗ੍ਰਾਮ ਦੇ ਕੇ ਉਹਨਾਂ ਨੂੰ ਤੋੜ ਦਿੰਦਾ। ਤੇ ਦੋਸਤੋ ਇਸ ਤਰ੍ਹਾਂ ਫਿਰ ਉਹਦੇ ਕੋਲ ਬਹੁਤ ਸਾਰੇ ਚਾਵਲ ਬਚ ਜਾਂਦੇ ਆਖਰੀ ਦਿਨ ਵਿੱਚ। ਤੇ ਫਿਰ ਜਿਹੜੀ ਆਪਣੀ ਉਹ ਦੁਕਾਨ ਆ ਇਸ ਤਰ੍ਹਾਂ ਖੋਲ੍ਹਦਾ ਤੇ ਬੰਦ ਕਰਦਾ ਕਿ ਲੋਕਾਂ ਨੂੰ ਉਸਦੇ ਕੋਲ ਆਉਣਾ ਹੀ ਪੈਂਦਾ ਵਾ। ਠੀਕ ਹੈ ਜੀ, ਕਈ ਲੋਕ ਫਿਰ ਹੁਣ ਜਿਹੜੇ ਜਿਨ੍ਹਾਂ ਨੂੰ ਚਾਵਲ ਨਹੀਂ ਮਿਲ ਪਾਇਆ ਹੁੰਦਾ ਫਿਰ ਉਹ ਤਾਂ ਆਉਣਗੇ ਹੀ ਕਿਸੇ ਨਾ ਕਿਸੇ ਦੁਕਾਨ ਤੇ, ਤਾਂ ਫਿਰ ਸੂਬੀਆ ਦੇ ਕੋਲ ਉਹ ਆਉਂਦੇ ਨੇ ਚਾਵਲ ਲੈਣ ਲਈ। ਫਿਰ ਜਦੋਂ ਉਹ ਆਉਂਦੇ ਨੇ ਤਾਂ ਉਹਨਾਂ ਕੋਲ ਕਈ ਵਾਰੀ ਚਾਵਲ ਨਹੀਂ ਮਿਲ ਪਾਉਂਦੇ। ਠੀਕ ਹੈ ਜੀ, ਉਹਦੇ ਕੋਲ ਚਾਵਲ ਕਈ ਵਾਰੀ ਥੋੜ੍ਹੇ ਜਿਹੇ ਹੁੰਦੇ ਨੇ, ਕਈ ਵਾਰੀ ਦੇ ਵੀ ਦਿੰਦਾ ਵਾ। ਤੇ ਇੱਕ ਵਾਰ ਕੀ ਹੋਏਗਾ ਦੋਸਤੋ, ਉਹ ਕਹਿੰਦਾ ਵਾ ਕਿ ਨਾ ਕਈ ਵਾਰੀ ਜਦੋਂ ਮੇਰੇ ਕੋਲ ਚਾਵਲ ਹੁੰਦੇ ਆ ਤਾਂ ਲੋਕਾਂ ਕੋਲ ਖਰੀਦਣ ਲਈ ਪੈਸੇ ਨਹੀਂ ਹੁੰਦੇ, ਤੇ ਜਦੋਂ ਲੋਕਾਂ ਕੋਲ ਪੈਸੇ ਹੁੰਦੇ ਨੇ ਖਰੀਦਣ ਲਈ ਤਾਂ ਮੇਰੇ ਕੋਲ ਚਾਵਲ ਨਹੀਂ ਹੁੰਦੇ। ਤੇ ਦੋਸਤੋ ਇਸੇ ਤਰ੍ਹਾਂ ਜਿਹੜਾ ਸੂਬੀਆ ਵਾ ਉਹ ਹਫਤੇ ਦੇ ਅੰਤ ਦੇ ਵਿੱਚ ਇੱਕ ਵੱਡੀ ਮਾਤਰਾ ਚਾਵਲ ਦੀ ਬਚਾ ਲੈਂਦਾ ਲੋਕਾਂ ਦੀ ਕੁੰਡੀ ਲਾ ਕੇ। ਜਿਵੇਂ ਕਿ ਕੋਈ ਕਸਟਮਰ ਉਸਦੇ ਕੋਲ ਆਉਂਦਾ 1 ਕਿਲੋ ਚਾਵਲ ਲੈਣ ਤਾਂ ਉਸ ਨੂੰ ਸਿਰਫ 800 ਗ੍ਰਾਮ ਚਾਵਲ ਦਿੰਦਾ ਅਤੇ ਪੈਸੇ ਪੂਰੇ ਲੈ ਲੈਂਦਾ 1 ਕਿਲੋ ਦੇ, ਪਰ ਉਸ ਨੂੰ ਚਾਵਲ 800 ਗ੍ਰਾਮ ਦਊਗਾ ਤੇ 200 ਗ੍ਰਾਮ ਦਾ ਘਪਲਾ ਕਰਕੇ ਆਪਣੇ ਕੋਲ ਰੱਖ ਲੈਂਦਾ ਐਕਸਟਰਾ। ਤੇ ਇਸ ਤਰ੍ਹਾਂ ਫਿਰ ਹਫਤੇ ਦੇ ਅੰਤ ਦੇ ਵਿੱਚ ਉਸਦੇ ਕੋਲ ਬਹੁਤ ਹੀ ਮਾਤਰਾ ਦੀ ਚਾਵਲ ਬਚ ਜਾਂਦੀ। ਤੇ ਦੋਸਤੋ ਇਸ ਤਰ੍ਹਾਂ ਬਹੁਤ ਹੀ ਘੱਟ ਸਮੇਂ ਵਿੱਚ ਉਸਨੇ ਆਪਣੀ ਪਿਛਲੀ ਵਾਲੀ ਗਲੀ ਵਿੱਚ ਸਥਿਤ ਆਪਣੇ ਇੱਕ ਮਕਾਨ ਨੂੰ ਗੋਦਾਮ ਵਿੱਚ ਬਦਲ ਲਿਆ ਅਤੇ ਉੱਥੇ ਫਰਸ਼ ਤੋਂ ਲੈ ਕੇ ਛੱਤ ਤੱਕ ਚੌਲਾਂ ਦੇ ਬੋਰੇ ਇੱਕ ਦੇ ਉੱਪਰ ਇੱਕ ਕਰਕੇ ਰੱਖ ਦਿੱਤੇ। ਤੇ ਦੋਸਤੋ ਲੋਕਾਂ ਦੀ ਨਜ਼ਰਾਂ ਵਿੱਚ ਉਹ ਇੱਕ ਰੱਦੀ ਕਾਗਜ਼ਾਂ ਅਤੇ ਚਿੱਥੜਿਆਂ ਦਾ ਇੱਕ ਸਟੋਰ ਸੀਗਾ, ਯਾਨੀ ਕਿ ਕਾਰਖਾਨਾ ਸੀਗਾ ਕਾਗਜ਼ ਦਾ। ਠੀਕ ਹੈ ਜੀ, ਲੋਕਾਂ ਦੀਆਂ ਨਜ਼ਰਾਂ ਵਿੱਚ। ਪਰ ਉੱਥੇ ਜਿਹੜਾ ਆਪਣਾ ਸੂਬੀਆ ਵਾ ਉਸਨੇ ਬਲੈਕ ਦੇ ਵਿੱਚ ਕੀ ਰੱਖਿਆ ਹੋਇਆ ਸੀਗਾ, ਚਾਵਲ ਛੁਪਾ ਕੇ ਰੱਖੇ ਹੋਏ ਸੀਗੇ। ਤੇ ਦੋਸਤੋ ਜਿਹੜਾ ਸੂਬੀਆ ਵਾ ਉਹ ਹਮੇਸ਼ਾ ਆਪਣੇ ਚੌਲਾਂ ਨੂੰ ਘੱਟ ਮਾਤਰਾ ਵਿੱਚ ਤੋਲਦਾ ਵਾ ਅਤੇ ਆਪਣੇ ਜਾਣ ਪਹਿਚਾਣ ਗ੍ਰਾਹਕ ਨੂੰ ਹੀ ਵੇਚਦਾ ਵਾ। ਤੇ ਦੋਸਤੋ ਜਿਹੜਾ ਸੂਬੀਆ ਵਾ ਉਹ ਕਹਿੰਦਾ ਗ੍ਰਾਹਕਾਂ ਨੂੰ ਕਿ ਤੁਸੀਂ ਮੈਨੂੰ ਪੈਸੇ ਪਹਿਲਾਂ ਹੀ ਦੇ ਦਿਓ ਤੇ ਜਿਹੜੇ ਚਾਵਲ ਨੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੇ ਦੂੰਗਾ। ਤੇ ਦੋਸਤੋ ਕਈ ਵਾਰੀ ਕੀ ਹੁੰਦਾ ਵਾ ਕਿ ਉਸ ਸੂਬੀਆ ਨੂੰ ਜਿਹੜੇ ਪੈਸੇ ਨੇ ਉਹ ਗ੍ਰਾਹਕਾਂ ਨੂੰ ਵਾਪਸ ਕਰਨੇ ਪੈ ਜਾਂਦੇ ਨੇ। ਤੇ ਜਿਹੜਾ ਸੂਬੀਆ ਵਾ ਕਹਿੰਦਾ ਕਿ ਮੈਨੂੰ ਅਫਸੋਸ ਆ ਕਿ ਚਾਵਲ ਨਹੀਂ ਮਿਲੇ। ਠੀਕ ਹੈ ਜੀ, ਜਿਹੜੇ ਡੀਲਰ ਨਾਲ ਮੈਂ ਗੱਲਬਾਤ ਕੀਤੀ ਸੀ ਉਹਨੇ ਮਨਾ ਕਰ ਦਿੱਤਾ ਚਾਵਲ ਦੇਣ ਦੇ ਲਈ, ਤੇ ਹੁਣ ਤੁਹਾਨੂੰ ਵੀ ਖਾਲੀ ਹੱਥ ਇੱਥੋਂ ਹੀ ਜਾਣਾ ਪਊਗਾ। ਇਸ ਤਰ੍ਹਾਂ ਫਿਰ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ ਉੱਥੋਂ ਨਿਰਾਸ਼ ਹੋ ਕੇ ਖਾਲੀ ਹੱਥ ਹੀ ਜਾਣਾ ਪੈਂਦਾ ਵਾ ਬਿਨਾਂ ਚਾਵਲ। ਤੇ ਦੋਸਤੋ ਇੱਕ ਦਿਨ ਜਿਹੜਾ ਸੂਬੀਆ ਵਾ ਉਹ ਸ਼ਾਮ ਦੇ ਸਮੇਂ ਦੁਕਾਨ ਬੰਦ ਕਰ ਰਿਹਾ ਸੀਗਾ ਅਤੇ ਜਿਹੜੀ ਦੁਕਾਨ ਦੀ ਚਾਬੀ ਆ ਆਪਣੇ ਜੇਬ ਵਿੱਚ ਪਾ ਕੇ ਚੱਲਣ ਵਾਲਾ ਸੀ। ਤੇ ਦੋਸਤੋ ਉਦੋਂ ਹੀ ਇੱਕ ਵਿਅਕਤੀ ਉਸਦੇ ਸਾਹਮਣੇ ਆ ਗਿਆ ਅਤੇ ਰੁਕਿਆ ਅਤੇ ਬੋਲਿਆ ਕਿ ਇਹ ਦੁਕਾਨ ਬੰਦ ਹੋ ਚੁੱਕੀ ਹੈ, ਮੇਰੀ ਤਾਂ ਕਿਸਮਤ ਹੀ ਖਰਾਬ ਆ, ਮੈਂ ਚਾਵਲ ਖਰੀਦਣੇ ਸੀਗੇ ਪਰ ਹੁਣ ਮੈਂ ਚਾਵਲ ਕਿਵੇਂ ਖਰੀਦੂੰਗਾ, ਤੁਸੀਂ ਤਾਂ ਦੁਕਾਨ ਹੀ ਬੰਦ ਕਰ ਦਿੱਤੀ। ਤੇ ਜਿਹੜਾ ਸੂਬੀਆ ਸੀਗਾ ਉਸਨੇ ਬੋਲਿਆ ਕਿ ਹਾਂ ਮੈਨੂੰ ਇੱਕ ਜ਼ਰੂਰੀ ਕੰਮ ਹੈ, ਮੇਰੇ ਕੋਲ ਰੁਕਣ ਦਾ ਅਤੇ ਗੱਲਾਂ ਕਰਨ ਲਈ ਕੋਈ ਸਮਾਂ ਨਹੀਂ ਹੈ। ਸੂਬੀਆ ਨੇ ਕਿਹਾ ਇਹ ਗੱਲ। ਠੀਕ ਹੈ ਜੀ, ਤੇ ਫਿਰ ਦੋਸਤੋ ਜਿਹੜਾ ਸੂਬੀਆ ਵਾ ਉਹ ਉੱਥੋਂ ਚੱਲ ਪਿਆ ਤੇ ਦੂਸਰਾ ਵਿਅਕਤੀ ਉਸਦੇ ਪਿੱਛੇ ਪਿੱਛੇ ਭੱਜਣ ਲੱਗਿਆ ਤੇ ਉਸਨੇ ਜਾ ਕੇ ਸੂਬੀਆ ਦਾ ਹੱਥ ਫੜ ਲਿਆ ਅਤੇ ਉਸਨੂੰ ਕਿਹਾ ਕਿ ਤੈਨੂੰ ਦੁਕਾਨ ਖੋਲਣੀ ਪਵੇਗੀ, ਮੈਨੂੰ ਚੌਲ ਦੇਣੇ ਹੋਣਗੇ, ਮੈਂ ਤੈਨੂੰ ਜਾਣ ਨਹੀਂ ਦੇ ਸਕਦਾ। ਸੂਬੀਆ ਸੋਚਾਂ ਵਿੱਚ ਪੈ ਗਿਆ ਤੇ ਉਹ ਵਿਅਕਤੀ ਨੇ ਬੋਲ ਪਿਆ ਕਿ ਜਿਹੜਾ ਦੂਸਰਾ ਵਿਅਕਤੀ ਸੀ ਉਹ ਬੋਲਿਆ ਕਿ ਮੇਰੇ 2 ਬੱਚੇ ਹਨ ਜੋ ਭੋਜਨ ਲਈ ਰੋ ਰਹੇ ਹਨ ਘਰ ਦੇ ਵਿੱਚ, ਤੇ ਮੇਰੀ ਇੱਕ ਬੁੱਢੀ ਮਾਂ ਵਾ ਉਹ ਵੀ ਭੁੱਖ ਨਾਲ ਮਰੀ ਜਾ ਰਹੀ ਆ, ਜਿਹੜਾ ਮੇਰਾ ਰਾਸ਼ਨ ਕਾਰਡ ਦਾ ਕੋਈ 3 ਦਿਨ ਪਹਿਲਾਂ ਹੀ ਖਤਮ ਹੋ ਗਿਆ ਸੀ,
ਤੇ ਮੈਂ ਉਹਨਾਂ ਨੂੰ ਉਸ ਹਾਲਤ ਵਿੱਚ ਨਹੀਂ ਦੇਖ ਸਕਦਾ। ਤੂੰ ਮੈਨੂੰ ਕਿਰਪਾ ਕਰਕੇ ਮੈਨੂੰ ਚੌਲ ਦੇ ਦੇ ਥੋੜੇ ਜੇ। ਮੈਂ ਪੂਰੇ ਸ਼ਹਿਰ ਦੇ ਵਿੱਚ ਘੁੰਮ ਲਿਆ ਪਰ ਮੈਨੂੰ ਕਿਤੇ ਵੀ ਚੌਲ ਨਹੀਂ ਮਿਲੇ। ਤੂੰ ਕਿਰਪਾ ਕਰਕੇ ਤੂੰ ਆਪਣੀ ਦੁਕਾਨ ਖੋਲ ਅਤੇ ਮੈਨੂੰ ਚੌਲ ਦੇ ਦੇ। ਘਰ ਦੇ ਵਿੱਚ ਮੇਰਾ ਸਾਰੇ ਜਣੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਮੈਂ ਆਉਂਗਾ ਅਤੇ ਕੁਛ ਨਾ ਕੁਛ ਤਾਂ ਲੈ ਕੇ ਆਉਂਗਾ। ਇਸ ਦੇ ਨਾਲ ਫਿਰ ਉਹ ਵੀ ਕੁਝ ਖਾ ਸਕਣਗੇ। ਤੇ ਦੋਸਤੋ ਫਿਰ ਜਿਹੜਾ ਸੂਬੀਆ ਰੁਕ ਗਿਆ ਅਤੇ ਉਸਨੇ ਪੁੱਛਿਆ ਕਿ ਤੈਨੂੰ ਕਿੰਨੇ ਚੌਲ ਚਾਹੀਦੇ ਹਨ। ਤੇ ਦੂਸਰੇ ਵਿਅਕਤੀ ਨੇ ਬੋਲਿਆ ਕਿ ਮੈਨੂੰ ਇੱਕ ਸੇਰ ਚੌਲ ਦੇ ਦਿਓ, ਘਰ ਵਿੱਚ ਮੈਂ 6 ਵਿਅਕਤੀਆਂ ਨੂੰ ਖਵਾਉਣਾ ਹੈ। ਤੇ ਫਿਰ ਜਿਹੜਾ ਸੂਬੀਆ ਵਾ ਉਹ ਬੋਲਿਆ ਕਿ ਤੇਰੇ ਕੋਲ ਕਿੰਨੇ ਪੈਸੇ ਹਨ। ਦੂਸਰੇ ਵਿਅਕਤੀ ਨੇ ਅੱਧਾ ਰੁਪਏ ਦਾ ਸਿੱਕਾ ਦਿਖਾਇਆ। ਤੇ ਦੋਸਤੋ ਇਸ ਤਰ੍ਹਾਂ ਫਿਰ ਜਿਹੜਾ ਸੂਬੀਆ ਨੇ ਸਿੱਕੇ ਨੂੰ ਬੜੀ ਹੀ ਨਫ਼ਰਤ ਨਾਲ ਦੇਖਿਆ ਤੇ ਕਿਹਾ ਕਿ ਤੁਸੀਂ ਇਸ ਪੈਸੇ ਦੇ ਨਾਲ ਸੋਚਦੇ ਹੋ ਕਿ ਤੁਹਾਨੂੰ ਇੱਕ ਸੇਰ ਚੌਲ ਮਿਲ ਜਾਣਗੇ। ਤੇ ਫਿਰ ਜਿਹੜਾ ਆਪਣਾ ਦੂਸਰਾ ਵਿਅਕਤੀ ਸੀਗਾ ਉਸਨੇ ਬੋਲਿਆ ਪਰੰਤੂ ਚੌਲ ਤਾਂ 1 ਰੁਪਏ ਵਿੱਚ 3 ਸੇਰ ਮਿਲਦੇ ਹਨ, ਹੈ ਕਿ ਨਹੀਂ। ਫਿਰ ਦੂਸਰਾ ਆਪਣਾ ਜਿਹੜਾ ਸੂਬੀਆ ਸੀਗਾ ਉਹ ਬੋਲਿਆ ਕਿ ਇਹ ਸਭ ਗੱਲਾਂ ਹੁਣ ਨਾ ਕਰੋ, ਤੁਸੀਂ ਭੁੱਖੇ ਹੀ ਮਰ ਜਾਓਗੇ ਜੇਕਰ ਤੁਸੀਂ ਜਿਹੜਾ ਆਹ ਕਾਨੂੰਨ ਦੀ ਗੱਲ ਕੀਤੀ। ਇਸ ਪ੍ਰਕਾਰ ਦੀ ਮੂਰਖਤਾ ਭਰੀਆਂ ਗੱਲਾਂ ਨਾ ਕਰਦੇ ਰਹੋਗੇ ਤਾਂ ਉਸ ਨੂੰ ਬਹੁਤ ਗੁੱਸਾ ਆ ਗਿਆ। ਤੇ ਜੇਕਰ ਤੇਰੇ ਕੋਲ 8 ਆਨੇ ਹੋਰ ਹੁੰਦੇ ਤਾਂ ਸ਼ਾਇਦ ਤੈਨੂੰ ਇੱਕ ਸੇਰ ਚੌਲ ਮਿਲ ਜਾਣਗੇ। ਯਾਨੀ ਕਿ 8 ਆਨੇ ਅਗਰ ਹੋਰ ਹੁੰਦੇ ਤੇ ਹਜੇ 8 ਆਨੇ ਉਹਦੇ ਕੋਲ ਹੈਗੇ ਆ ਤੇ ਇਸ ਦਾ ਮਤਲਬ ਕਿ ਉਸਦੇ ਕੋਲ 1 ਰੁਪਇਆ ਹੁੰਦਾ ਤਾਂ ਫਿਰ ਉਹਨੂੰ ਇੱਕ ਸੇਰ ਚੌਲ ਮਿਲ ਜਾਂਦੇ। ਪਰ ਦੋਸਤੋ ਸਰਕਾਰੀ ਰੇਟ ਦੇ ਅਕੋਰਡਿੰਗ 1 ਰੁਪਏ ਵਿੱਚ 3 ਸੇਰ ਚੌਲ ਮਿਲਦੇ ਹਨ। ਤੇ ਦੋਸਤੋ ਫਿਰ ਜਿਹੜਾ ਸੂਬੀਆ ਵਾ ਉਹ ਬੋਲਿਆ ਕਿ ਤੈਨੂੰ ਇੰਨੇ ਪੈਸਿਆਂ ਦੇ ਨਾਲ ਅੱਧਾ ਸੇਰ ਚਾਵਲ ਹੀ ਮਿਲੇਗਾ। ਤੇ ਫਿਰ ਜਿਹੜਾ ਦੂਸਰਾ ਵਿਅਕਤੀ ਸੀਗਾ ਉਹ ਬੋਲਿਆ ਕਿ ਚਲੋ ਠੀਕ ਹੈ, ਕੁਝ ਨਾ ਹੋਣ ਨਾਲੋਂ ਤਾਂ ਠੀਕ ਹੋਵੇਗਾ ਕਿ ਤੁਸੀਂ ਮੈਨੂੰ ਅੱਧਾ ਸੇਰ ਚਾਵਲ ਹੀ ਦੇ ਦੇਵੇ। ਤੇ ਉਸ ਤੋਂ ਬਾਅਦ ਫਿਰ ਦੋਸਤੋ ਜਿਹੜਾ ਸੂਬੀਆ ਵਾ ਉਹਨੇ ਕਿਹਾ ਕਿ ਮੈਨੂੰ ਆਹ ਸਿੱਕਾ ਦਿਓ। ਸੂਬੀਆ ਨੇ ਇਹ ਗੱਲ ਕਹੀ ਦੂਸਰੇ ਵਿਅਕਤੀ ਨੂੰ ਤੇ ਉਸਨੇ ਸਿੱਕਾ ਹਜੇ ਆਪਣੇ ਹੱਥੀ ਵਿੱਚ ਫੜਿਆ ਰੱਖਿਆ ਜਿਹੜਾ ਦੂਸਰਾ ਵਿਅਕਤੀ ਸੀਗਾ। ਤੇ ਦੋਸਤੋ ਫਿਰ ਜਿਹੜਾ ਸੂਬੀਆ ਵਾ ਉਸਨੇ ਕਿਹਾ ਕਿ ਮੇਰੇ ਪਿੱਛੇ ਨਾ ਆਓ, ਉਹ ਆਦਮੀ ਬਹੁਤ ਸ਼ੱਕੀ ਹੈ। ਯਾਨੀ ਕਿ ਹੁਣ ਜਿਹੜਾ ਸੂਬੀਆ ਵਾ ਉਹ ਆਪਣੇ ਗੋਦਾਮ ਦੇ ਵਿੱਚ ਜਾਣ ਵਾਲਾ ਸੀਗਾ ਤੇ ਉਸਨੇ ਜਾਣਬੁੱਝ ਕੇ ਕਿਹਾ ਕਿ ਮੈਂ ਕਿਸੇ ਹੋਰ ਵਿਅਕਤੀ ਤੋਂ ਚਾਵਲ ਫੜ ਕੇ ਤੈਨੂੰ ਦਊਂਗਾ, ਮੈਂ ਤਾਂ ਆਪਣੀ ਦੁਕਾਨ ਬੰਦ ਕਰ ਦਿੱਤੀ ਹੈ, ਮੈਂ ਕਿਸੇ ਹੋਰ ਵਿਅਕਤੀ ਦੇ ਕੋਲ ਜਾਊਂਗਾ ਤੇ ਉਸ ਤੋਂ ਚਾਵਲ ਮੰਗ ਕੇ ਤੈਨੂੰ ਦੇ ਦੂੰਗਾ। ਤੇ ਇਸੇ ਤਰ੍ਹਾਂ ਫਿਰ ਦੋਸਤੋ ਸੂਬੀਆ ਕਹਿੰਦਾ ਕਿ ਤੁਸੀਂ ਮੇਰੇ ਪਿੱਛੇ ਨਾ ਆਇਓ ਤੇ ਮੈਨੂੰ ਤੁਸੀਂ ਬਸ ਪੈਸੇ ਦੇ ਦਿਓ, ਮੈਂ ਐਸੇ ਜਿੱਥੇ ਤੁਸੀਂ ਹਜੇ ਖੜੇ ਹੋ ਇੱਥੇ ਹੀ ਖੜੇ ਰਹੋ, ਮੈਂ ਥੋੜੀ ਦੇਰ ਵਿੱਚ ਗਿਆ ਚਾਵਲ ਲੈ ਕੇ ਆ ਕੇ ਤੁਹਾਨੂੰ ਦੇ ਦੂੰਗਾ। ਇਸ ਤਰ੍ਹਾਂ ਫਿਰ ਦੋਸਤੋ ਜਿਹੜਾ ਆਪਣਾ ਦੂਸਰਾ ਵਿਅਕਤੀ ਸੀਗਾ ਉਸਨੇ ਪੈਸੇ ਦੇ ਦਿੱਤੇ ਤੇ ਸੂਬੀਆ ਉੱਥੋਂ ਚਲਾ ਗਿਆ। ਤੇ ਦੋਸਤੋ ਜਿਹੜਾ ਦੂਸਰਾ ਵਿਅਕਤੀ ਸੀਗਾ ਉਹ ਗਲੀ ਦੇ ਇੱਕ ਮੋੜ ਉੱਤੇ ਜਾ ਕੇ ਖੜਾ ਹੋ ਗਿਆ। ਤੇ ਦੋਸਤੋ 3 ਘੰਟੇ ਬੀਤ ਚੁੱਕੇ ਸਨ ਪਰ ਜਿਹੜਾ ਸੂਬੀਆ ਨਹੀਂ ਆਇਆ ਤੇ ਜਿਹੜੀ ਰਾਤ ਆ ਉਹ ਵੀ ਕਾਫੀ ਡੂੰਘੀ ਹੋ ਚੁੱਕੀ ਸੀ। ਤੇ ਆਦਮੀ ਆਪਣੇ ਖੁਦ ਵਿੱਚ ਹੀ ਬੜਬੜਾ ਰਿਹਾ ਸੀਗਾ ਕਿ ਕੀ ਹੋਇਆ ਹੋਵੇਗਾ, ਉਹ ਕਿੱਥੇ ਹੈ, ਉਹ ਕਿੱਥੇ ਗਿਆ, ਹੁਣ ਮੈਂ ਘਰ ਕਿਵੇਂ ਜਾਊਂਗਾ ਤੇ ਚੌਲ ਕਿਵੇਂ ਬਣਾਊਂਗਾ, ਜਿਹੜੇ ਮੇਰੇ ਬੱਚੇ ਨੇ ਉਹ ਭੁੱਖੇ ਨੇ। ਤੇ ਦੋਸਤੋ ਫਿਰ ਜਿਹੜਾ ਉਹ ਵਿਅਕਤੀ ਸੀਗਾ ਉਹ ਇੱਧਰ ਉੱਧਰ ਘੁੰਮਿਆ ਤੇ ਉਹੀ ਦਿਸ਼ਾ ਵੱਲ ਚੱਲਣ ਲੱਗਿਆ ਜਿੱਧਰ ਵੱਲ ਸੂਬੀਆ ਗਿਆ ਸੀਗਾ। ਪਰ ਉਹ ਕਿਤੇ ਵੀ ਪਹੁੰਚ ਨਾ ਸਕਿਆ ਕਿਉਂਕਿ ਦੋਸਤੋ ਜਿਹੜਾ ਸੂਬੀਆ ਸੀਗਾ ਉਸਨੇ ਤਾਂ ਆਪਣੇ ਗੋਦਾਮ ਵੱਲ ਜਾਣਾ ਸੀਗਾ ਨਾ, ਇਸ ਲਈ ਉਸਨੇ ਆਪਣੀ ਗਲਤ ਦਿਸ਼ਾ ਦਿਖਾਈ ਸੀਗੀ। ਪਰ ਉਹ ਜਿਹੜਾ ਆਪਣਾ ਸੂਬੀਆ ਸੀਗਾ ਉਹ ਗੋਦਾਮ ਦੇ ਵਿੱਚ ਗਿਆ ਸੀਗਾ। ਪਰ ਇਹ ਗੱਲ ਜਿਹੜਾ ਦੂਸਰਾ ਵਿਅਕਤੀ ਸੀਗਾ ਉਸ ਨੂੰ ਨਹੀਂ ਪਤਾ ਸੀਗਾ। ਤੇ ਦੋਸਤੋ ਜਿਹੜਾ ਦੂਸਰਾ ਵਿਅਕਤੀ ਸੀਗਾ ਉਹ ਖਾਮੋਸ਼ ਗਲੀਆਂ ਵਿੱਚ ਇੱਧਰ ਉੱਧਰ ਭਟਕ ਰਿਹਾ ਸੀ ਅਤੇ ਵਾਪਸ ਮੁੱਖ ਦੁਕਾਨ ਤੇ ਆ ਗਿਆ ਇਸ ਆਸ ਨਾਲ ਕਿ ਸ਼ਾਇਦ ਉੱਥੇ ਸੂਬੀਆ ਹੋਵੇ। ਪਰ ਦੋਸਤੋ ਉੱਥੇ ਸੂਬੀਆ ਨਹੀਂ ਸੀ। ਦਰਵਾਜ਼ੇ ਤੇ ਹੁਣ ਵੀ ਤਾਲਾ ਲਟਕ ਰਿਹਾ ਸੀਗਾ ਕਿਉਂਕਿ ਦੋਸਤੋ ਜਿਹੜਾ ਆਪਣਾ ਸੂਬੀਆ ਸੀਗਾ ਉਹ ਦੁਕਾਨ ਤੇ ਨਹੀਂ ਆਪਣੇ ਗੋਦਾਮ ਦੇ ਵਿੱਚ ਗਿਆ ਸੀਗਾ। ਬਿਲਕੁਲ ਉਸੇ ਤਰ੍ਹਾਂ ਦੋਸਤੋ ਇੱਥੇ ਤਾਲਾ ਲਟਕ ਰਿਹਾ ਸੀਗਾ ਜਿਵੇਂ ਉਸਨੇ ਪਹਿਲਾਂ ਦੇਖਿਆ ਸੀਗਾ। ਫਿਰ ਦੋਸਤੋ ਕੀ ਹੋਇਆ ਕਿ ਫਿਰ ਉਹ ਸੂਬੀਆ ਦੇ ਘਰ ਗਿਆ ਤੇ ਦੋਸਤੋ ਫਿਰ ਉਸਨੇ ਦਰਵਾਜ਼ਾ ਖੜਖੜਾਇਆ। ਸੂਬੀਆ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਆਦਮੀ ਨੇ ਪੁੱਛਿਆ ਸੂਬੀਆ ਦੀ ਘਰਵਾਲੀ ਤੋਂ ਕਿ ਸੂਬੀਆ ਘਰ ਦੇ ਵਿੱਚ ਹੈ। ਤੇ ਫਿਰ ਉਸਦੀ ਘਰਵਾਲੀ ਨੇ ਕਿਹਾ ਕਿ ਨਹੀਂ, ਉਹ ਘਰ ਤਾਂ ਬਿਲਕੁਲ ਵੀ ਨਹੀਂ ਹੈ। ਉਹ ਬਹੁਤ ਹੀ ਜ਼ਿਆਦਾ ਚਿੰਤਿਤ ਲੱਗ ਰਹੀ ਸੀ ਜਿਹੜੀ ਉਸਦੀ ਘਰਵਾਲੀ ਸੀ। ਤੇ ਅਗਲੇ ਸਵੇਰੇ ਦੋਸਤੋ 6 ਵਜੇ ਤੱਕ ਉਹ ਬੇਚੈਨ ਹੋ ਗਏ ਸਾਰੇ ਜਾਣੇ ਕਿ ਜਿਹੜਾ ਸੂਬੀਆ ਵਾ ਉਹ ਕਿੱਥੇ ਆ। ਤੇ ਦੋਸਤੋ ਆਖਿਰ ਦੇ ਵਿੱਚ ਉਸਦੀ ਪਤਨੀ ਨੇ ਦੂਸਰੇ ਵਿਅਕਤੀ ਤੋਂ ਪੁੱਛਿਆ ਕਿ ਤੂੰ ਉਸ ਨੂੰ ਗੋਦਾਮ ਦੇ ਵਿੱਚ ਲੱਭਿਆ ਹੈ। ਤੇ ਫਿਰ ਜਿਹੜਾ ਦੂਸਰਾ ਵਿਅਕਤੀ ਸੀਗਾ ਉਹ ਬੋਲਿਆ ਕਿ ਕਿਹੜਾ ਗੋਦਾਮ, ਕਿੱਥੇ ਹੈ ਗੋਦਾਮ। ਤੇ ਉਸ ਤੋਂ ਬਾਅਦ ਦੋਸਤੋ ਫਿਰ ਮਜਬੂਰ ਹੋ ਕੇ ਜਿਹੜੀ ਉਸਦੀ ਪਤਨੀ ਨੂੰ ਇਹ ਦੱਸਣਾ ਹੀ ਪਿਆ ਕਿ ਗੋਦਾਮ ਕਿੱਥੇ ਹੈ ਕਿਉਂਕਿ ਦੋਸਤੋ ਸਿਰਫ ਉਹੀ ਸੀ, ਉਸਦੀ ਪਤਨੀ ਨੂੰ ਹੀ ਪਤਾ ਸੀਗਾ ਕਿ ਉਹ ਗੋਦਾਮ ਕਿੱਥੇ ਹੈ ਤੇ ਬਾਕੀ ਸੂਬੀਆ ਨੂੰ ਵੀ ਪਤਾ ਸੀ। ਤੇ ਸੂਬੀਆ ਨੇ ਉੱਥੇ ਦੋਸਤੋ ਅਨਾਜ ਦਾ ਜਿਹੜਾ ਭੰਡਾਰ ਰੱਖਿਆ ਹੋਇਆ ਸੀਗਾ ਗੋਦਾਮ ਦੇ ਵਿੱਚ, ਪਰ ਕਿਸੇ ਨੂੰ ਵੀ ਨਹੀਂ ਪਤਾ ਸੀ, ਸਿਰਫ ਉਸਦੀ ਪਤਨੀ ਨੂੰ ਤੇ ਉਸ ਨੂੰ ਪਤਾ ਸੀਗਾ। ਤੇ ਛੋਟੀਆਂ-ਛੋਟੀਆਂ ਗਲੀਆਂ ਵਿੱਚ ਹੁੰਦੇ ਹੋਏ ਉਹ ਇੱਕ ਮਕਾਨ ਤੇ ਆ ਪਹੁੰਚੇ, ਠੀਕ ਹੈ ਜੀ। ਤੇ ਦੋਸਤੋ ਜਿਹੜਾ ਗੋਦਾਮ ਸੀਗਾ, ਗੋਦਾਮ ਦਾ ਦਰਵਾਜ਼ਾ ਅੰਦਰੋਂ ਕੁੰਡੀ ਲੱਗੀ ਹੋਈ ਸੀ, ਠੀਕ ਹੈ ਜੀ। ਤੇ ਫਿਰ ਦੋਸਤੋ ਉਹਨਾਂ ਨੇ ਦਰਵਾਜ਼ਾ ਖੜਕੜਾਇਆ ਪਰ ਕਿਸੇ ਨੇ ਖੋਲ੍ਹਿਆ ਨਹੀਂ। ਤੇ ਅੰਤ ਵਿੱਚ ਦੋਸਤੋ ਉਹਨਾਂ ਨੇ ਕੀ ਕੀਤਾ ਕਿ ਇੱਕ ਰੋਸ਼ਨਦਾਨ ਸੀਗਾ ਤੇ ਉਹਨਾਂ ਨੂੰ ਰੋਸ਼ਨਦਾਨ ਤੋੜਨਾ ਪਿਆ। ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹ ਦੂਸਰਾ ਵਿਅਕਤੀ ਸੀਗਾ ਉਸ ਨੂੰ ਅੰਦਰ ਬਾੜਿਆ ਤੇ ਉਸਨੇ ਮੁੱਖ ਦਰਵਾਜ਼ਾ ਖੋਲ੍ਹਿਆ। ਤੇ ਦੋਸਤੋ ਸਵੇਰ ਦੀ ਧੁੰਦਲੀ ਰੋਸ਼ਨੀ ਪੈ ਰਹੀ ਸੀਗੀ। ਤੇ ਦੋਸਤੋ ਫਿਰ ਕੀ ਹੋਇਆ ਕਿ ਜਿਹੜੀ ਰੋਸ਼ਨੀ ਸੀਗੀ ਉਹ ਰੋਸ਼ਨਦਾਨ ਤੋਂ ਆ ਰਹੀ ਸੀਗੀ। ਤੇ ਇੱਕ ਨੁੱਕਰ ਤੇ ਦੋਸਤੋ ਉਹਨਾਂ ਨੇ ਦੇਖਿਆ ਕਿ ਫਰਸ਼ ਤੇ ਇੱਕ ਟਾਰਚ ਪਈ ਹੋਈ ਆ ਅਤੇ ਫਿਰ ਉਹਨਾਂ ਨੇ 8 ਆਨੇ ਦਾ ਸਿੱਕਾ ਦੇਖਿਆ ਅਤੇ ਥੋੜੀ ਜਿਹੀ ਦੂਰੀ ਤੇ ਡਿੱਗੇ ਬੋਰੀਆਂ ਦੇ ਢੇਰ ਵਿਚਾਲਿਓ ਨਿਕਲਿਆ ਇੱਕ ਹੱਥ ਦਿਖਾਈ ਦਿੱਤਾ। ਯਾਨੀ ਕਿ ਦੋਸਤੋ ਜਿਹੜਾ ਆਪਣਾ ਸੂਬੀਆ ਸੀਗਾ ਉਹ ਚੌਲ ਦੇ ਬੋਰੀਆਂ ਦੇ ਹੇਠਾਂ ਆ ਕੇ
ਦਬ ਕੇ ਮਰ ਗਿਆ ਕਿਉਂਕਿ ਦੋਸਤੋ ਉਹ ਚੌਲ ਲੈਣ ਲਈ ਗੋਦਾਮ ਦੇ ਵਿੱਚ ਗਿਆ ਸੀਗਾ। ਜਦੋਂ ਉਸ ਵਿਅਕਤੀ ਨੇ ਉਸ ਨੂੰ 8 ਆਨੇ ਦਾ ਸਿੱਕਾ ਦਿੱਤਾ ਸੀਗਾ ਤੇ ਉਸਨੇ ਕਿਹਾ ਸੀਗਾ ਕਿ ਤੁਸੀਂ ਇੱਥੇ ਇੰਤਜ਼ਾਰ ਕਰੋ, ਮੈਂ ਚੌਲ ਲੈ ਕੇ ਆਉਣਾ। ਪਰ ਦੋਸਤੋ ਜਦੋਂ ਉਹ ਚੌਲ ਲੈਣ ਗਿਆ ਤਾਂ ਉਸਨੇ ਜਦੋਂ ਚੌਲ ਕੱਢਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਤਾਂ ਜਿਹੜਾ ਬੋਰੀਆਂ ਦਾ ਢੇਰਾ ਉਸਦੇ ਹੇਠਾਂ ਆ ਗਿਆ ਹੋਣਾ, ਠੀਕ ਹੈ ਜੀ। ਤੇ ਇਸ ਕਰਕੇ ਫਿਰ ਉਹ ਦਬ ਕੇ ਉੱਥੇ ਹੀ ਮਰ ਗਿਆ। ਤੇ ਦੋਸਤੋ ਇੱਥੇ ਹੀ ਇਹ ਤੁਹਾਡਾ ਚੈਪਟਰ ਖਤਮ ਹੁੰਦਾ ਤੇ ਤੁਸੀਂ ਮਤਲਬ ਸਮਝ ਹੀ ਗਏ ਹੋਵੋਗੇ ਕਿ ਜੋ ਚੈਪਟਰ ਦਾ ਨੇਮ ਸੀਗਾ ਹਾਫ ਅ ਰੁਪੀ ਬਰਥ, ਯਾਨੀ ਕਿ ਅੱਧੇ ਰੁਪਏ ਦੀ ਕਿੰਨੀ ਕੀਮਤ ਪਈ। ਤੇ ਦੋਸਤੋ ਹੁਣ ਮੈਂ ਤੁਹਾਨੂੰ ਮੋਟੀ ਦੱਸ ਦੇਣਾ ਕਿ ਕਹਾਣੀ ਦੇ ਵਿੱਚ ਕੀ ਸੀ। ਦੋਸਤੋ ਆਪਾਂ ਕਹਾਣੀ ਦੇ ਵਿੱਚ ਦੇਖਿਆ ਕਿ ਇੱਕ ਅਮੀਰ ਚੌਲ ਵਪਾਰੀ ਸੀ ਜਿਸ ਦਾ ਨਾਮ ਸੂਬੀਆ ਸੀਗਾ। ਉਸ ਦੀ ਦੁਕਾਨ ਦੇ ਵਿੱਚ ਹਰ ਪ੍ਰਕਾਰ ਦੇ ਚੌਲ ਸੀਗੇ ਤੇ ਸੂਬੀਆ ਇੱਕ ਚਤੁਰ ਵਪਾਰੀ ਸੀ। ਉਹ ਵਪਾਰ ਦੇ ਸਾਰੇ ਉਤਾਰ ਅਤੇ ਚੜਾਵ ਹੋਣ ਦੇ ਬਾਵਜੂਦ ਵੀ ਉਹ ਕਾਇਮ ਰਿਹਾ। ਉਸਦੇ 5 ਬੱਚੇ ਸਨ, ਠੀਕ ਹੈ ਜੀ। ਤੇ ਉਸਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਵੀ ਦਵਾਈ। ਉਸਦਾ ਘਰ ਕਾਫੀ ਵੱਡਾ ਹੈ ਅਤੇ ਉਸਨੇ ਆਪਣੀ ਪਤਨੀ ਕੋਲ ਸੋਨੇ ਦੇ ਬਹੁਤ ਸਾਰੇ ਗਹਿਣੇ। ਉਹ ਲੋਕਾਂ ਨੂੰ ਵਿਆਜ ਦੀਆਂ ਉੱਚੀਆਂ ਦਰਾਂ ਤੇ ਪੈਸੇ ਉਧਾਰ ਦਿੰਦਾ ਸੀ। ਅਗਰ ਲੋਕ ਪੈਸੇ ਨਾ ਦੇ ਪਾਉਂਦੇ ਤਾਂ ਉਹਨਾਂ ਦੇ ਘਰਾਂ ਵਿੱਚ ਆਪਣਾ ਕਬਜ਼ਾ ਕਰ ਲੈਂਦਾ। ਯੁੱਧ ਦੇ ਦੌਰਾਨ ਦੋਸਤੋ ਉਹ ਬਹੁਤ ਹੀ ਜ਼ਿਆਦਾ ਉਸਨੇ ਮੁਨਾਫਾ ਕਮਾਇਆ, ਪਰੰਤੂ ਯੁੱਧ ਤੋਂ ਬਾਅਦ ਸਰਕਾਰ ਨੇ ਇੱਕ ਨਿਯਮ ਕਰ ਦਿੱਤਾ, ਪ੍ਰਾਈਸ ਐਂਡ ਪੋਜਨ ਕੰਟਰੋਲ। ਤਾਂ ਦੋਸਤੋ ਇਸ ਤੋਂ ਬਾਅਦ ਜਿਹੜਾ ਆਪਣਾ ਸੂਬਿਆ ਬਾ ਉਸ ਨੂੰ ਬਹੁਤ ਹੀ ਜ਼ਿਆਦਾ ਸਮੱਸਿਆਵਾਂ ਪੈਦਾ ਹੋਈਆਂ, ਪਰ ਉਸਨੇ ਉਸ ਦਾ ਵੀ ਹੱਲ ਲੱਭ ਲਿਆ। ਉਸਨੇ ਸਰਕਾਰੀ ਅਫਸਰਾਂ ਨੂੰ ਰਿਸ਼ਵਤ ਦੇ ਕੇ ਕਾਫੀ ਮਾਤਰਾ ਦੇ ਵਿੱਚ ਚੌਲ ਬਚਾ ਲਿਆ ਕਰਦਾ ਸੀਗਾ। ਉਸਨੇ ਆਪਣੇ ਮਕਾਨਾਂ ਵਿੱਚ ਇੱਕ ਹੋਰ ਵੱਡੇ ਗੋਦਾਮ ਵਿੱਚ ਬਦਲ ਦਿੱਤਾ, ਠੀਕ ਹੈ ਜੀ। ਉਹ ਆਪਣੇ ਚੌਲਾਂ ਨੂੰ ਕੇਵਲ ਜਾਣ ਪਹਿਚਾਣ ਵਾਲੇ ਜਿਹੜੇ ਗ੍ਰਾਹਕ ਸੀਗਾ ਉਹਨਾਂ ਨੂੰ ਹੀ ਵੇਚਦਾ ਸੀਗਾ। ਤੇ ਦੋਸਤੋ ਇੱਕ ਸ਼ਾਮ ਨੂੰ ਜਦੋਂ ਉਸਨੇ ਆਪਣੀ ਦੁਕਾਨ ਨੂੰ ਹਜੇ ਬੰਦ ਹੀ ਕੀਤਾ ਸੀਗਾ ਕਿ ਇੱਕ ਵਿਅਕਤੀ ਉਸਦੇ ਕੋਲ ਆਇਆ ਅਤੇ ਉਸ ਨੂੰ ਅਠੰਨੀ ਦੇ ਕੇ ਕਹਿੰਦਾ ਕਿ ਮੈਨੂੰ ਚੌਲ ਦੇ ਦਿਓ। ਪਰ ਦੋਸਤੋ ਜਿਹੜਾ ਆਪਣਾ ਸੂਬੀਆ ਵਾ ਉਹ ਮਨਾ ਕਰ ਰਿਹਾ ਸੀਗਾ, ਪਰੰਤੂ ਕਾਫੀ ਮਿੰਨਤਾਂ ਕਰਨ ਤੋਂ ਬਾਅਦ ਜਿਹੜਾ ਸੂਬੀਆ ਵਾ ਉਹ ਰਾਜੀ ਹੋ ਗਿਆ ਤੇ ਉਸਨੇ ਕਿਹਾ ਕਿ ਮੈਂ ਅਠੰਨੀ ਦੇ ਵਿੱਚ ਤੈਨੂੰ ਕੇਵਲ ਅੱਧਾ ਸੇਰ ਚਾਵਲ ਹੀ ਦਊਂਗਾ, ਠੀਕ ਹੈ ਜੀ। ਤੇ ਫਿਰ ਉਹ ਸਹਿਮਤ ਹੋ ਗਿਆ ਤੇ ਜਦ ਕਿ ਸਰਕਾਰੀ ਭਾਅ ਦੇ ਅਨੁਸਾਰ 1 ਰੁਪਏ ਵਿੱਚ 3 ਸ਼ੇਰ ਮਿਲਦੇ ਹਨ। ਤਾਂ ਇਸ ਅਕੋਰਡਿੰਗ ਦੋਸਤੋ ਉਸ ਨੂੰ ਜਿਹੜਾ ਅਠੰਨੀ ਦੇ ਵਿੱਚ ਉਸ ਨੂੰ 1.5 ਸ਼ੇਰ ਚੌਲ ਮਿਲਣੇ ਚਾਹੀਦੇ ਸੀਗੇ, ਪਰ ਉਸਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਸਿਰਫ ਅੱਧਾ ਸ਼ੇਰ ਚਾਵਲ ਹੀ ਦਊਂਗਾ। ਤੇ ਦੋਸਤੋ ਫਿਰ ਸੂਬੀਆ ਨੇ ਉਸ ਆਦਮੀ ਤੋਂ ਅਠੰਨੀ ਲਈ ਅਤੇ ਉਸ ਨੂੰ ਇੰਤਜ਼ਾਰ ਕਰਨ ਲਈ ਕਿਹਾ। ਤੇ ਦੋਸਤੋ ਉਹ ਜਿਹੜਾ ਵਿਅਕਤੀ ਸੀਗਾ ਉਹ 3 ਘੰਟੇ ਤੋਂ ਸੂਬੀਆ ਦਾ ਇੰਤਜ਼ਾਰ ਕਰ ਰਿਹਾ ਸੀਗਾ, ਪਰੰਤੂ ਸੂਬੀਆ ਨਹੀਂ ਆਇਆ। ਤੇ ਉਹ ਸੂਬੀਆ ਦੇ ਘਰ ਗਿਆ ਤਾਂ ਸੂਬੀਆ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਹੁਤ ਹੀ ਜ਼ਿਆਦਾ ਚਿੰਤਿਤ ਹੋ ਗਈ ਤੇ ਅਗਲੀ ਸਵੇਰ 6 ਵਜੇ ਤੱਕ ਵੀ ਨਹੀਂ ਆਇਆ ਜਿਹੜਾ ਸੂਬੀਆ, ਠੀਕ ਹੈ ਜੀ। ਹੁਣ ਸੂਬੀਆ ਨੂੰ ਉਸ ਗੋਦਾਮ ਵਿੱਚ ਦੇਖਿਆ ਗਿਆ ਜਿੱਥੇ ਉਸ ਦਾ ਮ੍ਰਿਤਕ ਸਰੀਰ ਚੌਲਾਂ ਦੀਆਂ ਬੋਰੀਆਂ ਦੇ ਹੇਠਾਂ ਦੱਬਿਆ ਪਿਆ ਸੀਗਾ ਤੇ ਉਸ ਦੇ ਹੱਥ ਵਿੱਚ ਇੱਕ ਅਠੰਨੀ ਸੀ। ਤੇ ਦੋਸਤੋ ਇਹ ਸੀਗਾ ਤੁਹਾਡਾ ਮੋਟਾ ਕਹਾਣੀ ਦੇ ਵਿੱਚ ਕੀ ਸੀ ਤੇ ਇੱਥੇ ਹੀ ਖਤਮ ਹੁੰਦਾ ਇਹ। ਤੇ ਦੋਸਤੋ ਆਪਾਂ ਕੱਲ ਕਰਾਂਗੇ ਤੁਹਾਡਾ ਸਪਲੀਮੈਂਟਰੀ ਦਾ ਤੀਸਰਾ ਚੈਪਟਰ, ਠੀਕ ਹੈ ਜੀ, ਜਿਸ ਦਾ ਨਾਮ ਹੈਗਾ $1000 ਤੇ ਇਸ ਦੇ ਰਾਈਟਰ ਹੈਗੇ ਆ ਓ ਹੈਨਰੀ। ਤੇ ਦੋਸਤੋ ਆਪਣੇ ਦੇਖੋ ਹਜੇ ਤੱਕ ਬਹੁਤ ਸਾਰੇ ਚੈਪਟਰ ਹੋ ਚੁੱਕੇ ਨੇ। ਇੰਗਲਿਸ਼ ਮੇਨ ਕੋਰਸ ਕੰਪਲੀਟ ਆ, ਪੋਇਟਰੀ ਕੰਪਲੀਟ ਆ, ਠੀਕ ਹੈ ਜੀ, 10ਵੀਂ ਦੀ ਲਿੰਕ ਡਿਸਕ੍ਰਿਪਸ਼ਨ ਆ, ਤੁਸੀਂ ਚੈੱਕਆਊਟ ਕਰੋ। ਤੇ ਬਾਕੀ ਆਪਣੇ ਹਜੇ ਜਿਹੜੇ ਸਪਲੀਮੈਂਟਰੀ ਦੇ ਵੀ 2 ਚੈਪਟਰ ਹੋ ਚੁੱਕੇ ਨੇ। ਕੱਲ ਆਪਾਂ ਤੀਸਰਾ ਸਟਾਰਟ ਕਰ ਦਾਂਗੇ ਤੇ ਜਲਦੀ ਤੋਂ ਜਲਦੀ ਮੁਕਾ ਕੇ ਇਹ ਫਿਰ ਪੰਜਾਬੀ ਦੇ ਸਬਜੈਕਟ ਵੀ ਆਪਾਂ ਸਟਾਰਟ ਕਰੀਏ। ਤੇ ਦੋਸਤੋ ਚਲੋ ਠੀਕ ਹੈ ਜੀ, ਅਗਰ ਤੁਹਾਨੂੰ ਚੈਪਟਰ ਵਧੀਆ ਲੱਗਿਆ ਤੇ ਸਮਝ ਆਈ ਆ ਤਾਂ ਦੋਸਤੋ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਂ ਵੀ ਆਪਣੀ ਜਿਹੜੀ ਇੰਪਰੂਵ ਕਰਾਂ ਅਤੇ ਹੋਰ ਵਧੀਆ ਲਈ ਤੁਹਾਡੇ ਲਈ ਕੰਟੈਂਟ ਲੈ ਕੇ ਆਉਂਦੇ ਰਹਾਂ। ਤੇ ਦੋਸਤੋ ਚਲੋ ਠੀਕ ਹੈ ਜੀ, ਬਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ। ਚੈਨਲ ਤੇ ਨਵੇਂ ਆ ਗਏ ਹੋ ਤਾਂ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਇਓ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਓਕੇ ਦੋਸਤੋ, ਬਾਏ ਬਾਏ।